ਮੇਰ ਭਗਵਾਨੀ ਓਟ ਗਈ ਮੈਂ ਤੇਰੀ। ਨਾਮ ਬੋਲੋ ਰਾਮ ਤੇ ਰੱਖ ਲੈਨੀ ਹਰ ਮੇਰੀ। ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ। ਪ੍ਰਣੁਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ, ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਜੋ ਆਪਾਂ ਨੂੰ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਰਵਰੇ ਕਾਇਨਾਤ ਹਲਤ ਪਲਤ ਕੇ ਰਾਖੇ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਾਧ ਸੰਗਤ ਜੀ, ਜਿਸ ਤਰੀਕੇ ਸਿਰ ਆਪਾਂ ਅੱਜ ਦੀ ਦੁਰਦਸ਼ਾ ਦੇਖ ਰਹੇ ਹਾਂ, ਅੱਜ ਦਾ ਹਾਲ ਦੇਖ ਰਹੇ ਹਾਂ ਦੁਨੀਆ ਦਾ, ਜਿਸ ਸਮੇਂ ਦੇ ਵਿੱਚ ਸਾਧ ਸੰਗਤ ਮਾਇਆ ਧਾਰੀ ਜੀਵ ਪਰਮੇਸ਼ਰ ਦੇ ਭੈ ਤੋਂ ਨਿਰਭੈ ਹੋ ਕਰਕੇ ਵਿਸ਼ੇ ਵਿਕਾਰਾਂ ਦੇ ਅਧੀਨ ਹੋ ਕਰਕੇ ਮਾਇਆਵੀ ਪਦਾਰਥਾਂ ਨੂੰ ਮੁੱਖ ਰੱਖ ਕੇ ਨਾਮ ਸਿਮਰਨ ਭਜਨ ਬੰਦਗੀ ਵਾਲਾ ਪਾਸਾ ਛੋੜ ਕੇ ਗਰੀਬ ਜਨਤਾ ਨੂੰ, ਗਰੀਬ ਦੁਨੀਆ ਨੂੰ ਦੁੱਖ ਦੇ ਰਿਹਾ ਹੈ। ਜਿਨ੍ਹਾਂ ਜਿਨ੍ਹਾਂ ਔਗਣਾਂ ਤੋਂ, ਗਲਤੀਆਂ ਤੋਂ, ਪਾਪ ਕਰਮਾਂ ਤੋਂ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਵਰਜਣਾ ਕੀਤਾ ਸੀ, ਅੱਜ ਉਹੀ ਸਾਰੇ ਦੇ ਸਾਰੇ ਔਗਣ ਇਹ ਜੀਵ ਕਰ ਰਿਹਾ ਹੈ। ਜਿਹੜੇ ਔਗਣਾਂ ਤੋਂ ਸਾਧ ਸੰਗਤ ਅਸੀਂ ਬਚਣਾ ਸੀ, ਨਾਮ ਦਾ ਸਹਾਰਾ ਲੈ ਕਰਕੇ, ਬਾਣੀ ਦਾ ਆਸਰਾ ਲੈ ਕਰਕੇ, ਅੱਜ ਉਹਨਾਂ ਔਗਣਾਂ ਦੇ ਅਧੀਨ ਹੋਇਆ ਇਹ ਜੀਵ ਵਾਹਿਗੁਰੂ ਦੇ ਨਾਮ ਤੋਂ ਅੰਤਾਂ ਦਾ ਦੂਰ ਜਾ ਚੁੱਕਿਆ ਹੈ। ਕਹਿਣ ਤੋਂ ਭਾਵ ਹੈ ਕਿ ਜੇ ਅੱਜ ਦੇ ਸਮੇਂ ਬਾਰੇ ਗੱਲ ਕਰੀਏ, ਜੋ ਕਿਸਾਨ ਵੀਰਾਂ ਦਾ ਮੋਰਚਾ ਲੱਗਿਆ ਹੋਇਆ ਹੈ, ਇਤਨੇ ਲੰਮੇ ਸਮੇਂ ਤੋਂ ਲੈ ਕਰਕੇ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਔਰ ਸਾਧ ਸੰਗਤ ਜੀ ਕਿਰਤੀ ਵੀਰਾਂ ਦਾ ਹੱਕ ਵੀ ਬਣਦਾ ਹੈ। ਕਦੇ ਅਧਿਆਪਕ ਸਟ੍ਰਾਈਕ ਕਰਦੇ ਹਨ, ਕਦੇ ਬੈਂਕਾਂ ਵਾਲੇ ਸਟ੍ਰਾਈਕ ਕਰਦੇ ਹਨ। ਤੁਸੀਂ ਦੇਖੋਗੇ ਕਿ ਇਸ ਮੁਲਕ ਦੇ ਵਿੱਚ ਜੇਕਰ ਤੁਸੀਂ ਮਸਕੀਨ ਸਾਹਿਬ ਨੂੰ ਸੁਣਦੇ ਹੋ ਤਾਂ ਉਹ ਆਪਣੀ ਇੱਕ ਕਥਾ ਵਿੱਚ ਬਚਨ ਕਰਦੇ ਹਨ ਕਿ ਸ਼ਰਮ सी आती है इस मुल्क को मुल्क कहते हुए। जिस देश ਦੇ ਵਿੱਚ ਪਰਜੇ ਦੁਖੀ ਹੋ ਜਾਏ, ਉਸ ਦੇਸ਼ ਦੇ ਰਾਜੇ ਨੂੰ ਲੱਖ ਲਾਹਣਤਾਂ ਪੈਂਦੀਆਂ ਹਨ। ਅੱਜ ਦਾ ਜੋ ਅਸੀਂ ਵਿਚਾਰ ਕਰਨੀ ਹੈ, ਇਹ ਵਿਚਾਰ ਵੀ ਸਾਧ ਸੰਗਤ ਅੱਜ ਦੇ ਰਾਜਿਆਂ ਤੇ ਰਾਜੇ ਸਿੰਘ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਰਤ ਪਿਤ ਕੁੱਤਿਓ ਚਟ ਜਾਹੋ, ਐਸੇ ਪ੍ਰਮਾਣ ਗੁਰਬਾਣੀ ਵਿੱਚ ਆਉਂਦੇ ਹੈ। ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਸਮੇਂ-ਸਮੇਂ ਤੇ ਜਦੋਂ ਸਮੇਂ ਦੀਆਂ ਹਕੂਮਤਾਂ ਅੰਨੀਆਂ ਹੋ ਗਈਆਂ, ਬੋਲੀਆਂ ਹੋ ਗਈਆਂ, ਉਹਨਾਂ ਨੂੰ ਜਗਾਉਣ ਵਾਸਤੇ ਬੜੇ ਪ੍ਰਯਤਨ ਕੀਤੇ ਗਏ। ਅੱਜ ਵੀ ਉਹੀ ਸਮਾਂ ਬਣ ਗਿਆ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਨਾਲ ਪ੍ਰਵਚਨ ਕਰਦੇ ਹੋਏ ਰਾਗ ਆਸਾ ਵਿੱਚ ਕਹਿਣਾ ਕੀਤਾ
ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਸਾਧ ਸੰਗਤ ਅੱਗੇ ਪਹਿਲੇ ਸਮਿਆਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਕਸ਼ਟ ਤਾਂ ਬੜੇ ਦਿੱਤੇ ਸਰਕਾਰਾਂ ਨੇ। ਉਸ ਸਮੇਂ ਦੇ ਵਿੱਚ ਆਹ 2 ਮਹੀਨੇ ਜਿਹੜੇ ਆ ਰਹੇ ਹਨ, ਜੋ ਅੱਜ ਪੋਹ ਦਾ ਮਹੀਨਾ ਸ਼ੁਰੂ ਹੋਇਆ, ਇਸ ਸਮੇਂ ਦੇ ਵਿੱਚ ਸਿੱਖ ਸੰਗਤਾਂ ਸਰਹੰਦ ਵੱਲ ਨੂੰ ਕੂਚ ਕਰਦੀਆਂ, ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾਉਂਦੀਆਂ। ਪਰ ਹੁਣ ਤੁਸੀਂ ਦੇਖਦੇ ਹੋ ਇਧਰ ਅੰਮ੍ਰਿਤਸਰ ਸਾਹਿਬ ਵੱਲੋਂ 700 ਟਰਾਲੀ ਟਰੈਕਟਰ ਸਾਰੇ ਭਾਰਤ ਵਰਸ਼ ਦੇ ਵਿੱਚੋਂ ਇੱਥੇ ਦਿੱਲੀ ਵੱਲ ਨੂੰ ਸਾਧ ਸੰਗਤ ਜੀ 7000 ਟਰੈਕਟਰ ਟਰਾਲੀ ਪਹੁੰਚੇ। ਅੱਗੇ ਤਾਂ ਜਾਂਦੇ ਸਨ ਮਾਤਾ ਗੁਜਰੀ ਜੀ ਦੀ ਗੋਦ ਦੇ ਵਿੱਚ। ਇਹਨਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦੁੱਖ ਸਾਂਝਾ ਕਰਨ ਵਾਸਤੇ ਇਸ ਵਾਰੀ ਬਾਪੂ ਦੀ ਗੋਦ ਵਿੱਚ ਜਾਣਾ ਪੈਂਦਾ ਹੈ। ਇਸ ਵਾਰ ਬਾਪੂ ਦੀ ਗੋਦ ਵਿੱਚ ਉਹ ਠੰਡੀਆਂ ਰਾਤਾਂ ਗੁਜ਼ਾਰਨੀਆਂ ਪੈਣੀਆਂ। ਜ਼ਾਲਮ ਸਰਕਾਰਾਂ ਨੂੰ ਸਮਝਾਉਣ ਵਾਸਤੇ ਸਮੇਂ-ਸਮੇਂ ਸਿਰ ਸਾਰੇ ਸਾਧੂ ਸੰਤ ਮਹਾਪੁਰਸ਼ਾਂ ਨੇ ਪ੍ਰਵਚਨ ਕੀਤੇ, ਗਿਆਨ ਕਰਵਾਇਆ। ਪਰ ਉਹਨਾਂ ਲੋਕਾਂ ਨੂੰ ਤਾਂ ਧਰਮ ਨਾਲ ਕੋਈ ਮਤਲਬ ਹੀ ਨਹੀਂ ਨਾ ਹੁੰਦਾ, ਉਹ ਤਾਂ ਹੰਕਾਰੀ ਲੋਕ ਹੁੰਦੇ ਹਨ। ਹੁਣ ਜਿਨ੍ਹਾਂ ਦੀ ਸੰਗਤ ਵਿੱਚ ਉਹ ਜਾਂਦੇ ਹੁੰਦੇ ਸਨ, ਆ YouTube ਤੇ ਕਈ ਪ੍ਰੇਮੀ ਦਿਖਾ ਵੀ ਦਿੰਦੇ ਐ, ਦੇਖ ਵੀ ਲਈਦਾ, ਉਹ ਵੀ ਤਾਂ ਅੱਜ ਕੱਲ੍ਹ ਜੇਲ੍ਹਾਂ 'ਚ ਬੈਠੇ ਐ। ਜਿਨ੍ਹਾਂ ਦੀ ਸਟੇਜ ਤੇ ਜਾ ਕੇ ਕਹਿੰਦੇ ਹੁੰਦੇ ਬਾਪੂ ਜੀ ਅਸੀਂ ਤਾਂ ਤੁਹਾਡੇ ਬੱਚੇ ਹਾਂ, ਤੇ ਉਹ ਕਹਿੰਦਾ ਹੁੰਦਾ ਕਿ ਮੈਂ ਤੈਨੂੰ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਮੈਂ ਤੈਨੂੰ ਬਣਾ ਕੇ ਹੀ ਛੱਡਾਂਗਾ। ਉਹਨਾਂ ਲੋਕਾਂ ਨੇ ਇਹਨਾਂ ਨੂੰ ਬਣਾਤਾ। ਇਹ ਤਾਂ ਉਹਨਾਂ ਦੇ ਨਹੀਂ ਬਣੇ ਜਿਨ੍ਹਾਂ ਦੇ ਰਾਹੀਂ ਪੋਸਟਾਂ ਤੇ ਪਹੁੰਚੇ। ਗਰੀਬ ਜਨਤਾ ਦੇ ਇਹਨਾਂ ਨੇ ਕਿੱਥੋਂ ਬਣਨਾ ਹੈ। ਸੋ ਸਾਧ ਸੰਗਤ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ, ਜੋ ਇਹ ਕਥਾ ਹੁਣ 1355 ਨੰਬਰ ਅੰਗ ਤੇ ਸ਼ਲੋਕ ਸਹਿਸਕ੍ਰਿਤੀ ਦੀ ਬਾਣੀ ਦੀ ਵਿਆਖਿਆ ਆਪਾਂ ਕਰਦੇ ਆ ਰਹੇ ਹਾਂ। ਸਤਿਗੁਰਾਂ ਦੀ ਅਪਰੰਪਾਰ ਦਇਆ ਦ੍ਰਿਸ਼ਟੀ, ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਪਿਛਲਿਆਂ ਦੀਵਾਨਾਂ ਦੇ ਵਿੱਚ ਸਹਿਸਕ੍ਰਿਤੀ ਬਾਣੀ ਦੇ 15 ਸ਼ਲੋਕ ਸੰਪੂਰਨ ਹੋ ਚੁੱਕੇ ਹਨ। 16ਵੇਂ ਸ਼ਲੋਕ ਦੀ ਪ੍ਰਾਰੰਭਤਾ ਆਪਾਂ ਕਰ ਰਹੇ ਹਾਂ। ਅਸੀਂ ਥੋੜਾ ਜਿਹਾ ਭੂਮਿਕਾ ਦੇ ਤੌਰ ਤੇ ਜਾਂ ਪਰੋਲਾਉਸ ਦੀ ਤੌਰ ਤੇ ਤੁਹਾਨੂੰ ਦੱਸ ਦਈਏ। ਸਹਿਸਕ੍ਰਿਤੀ ਬਾਣੀ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੇ ਪਰਥਾਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ। ਜਦੋਂ ਉਹਨਾਂ ਦੇ ਬਜ਼ੁਰਗ ਚੜ੍ਹਾਈ ਕਰ ਗਏ ਸਨ, ਅੰਤਾਂ ਦੇ ਬੈਰਾਗ ਵਿੱਚ ਚਲੇ ਗਏ ਸਨ, ਆਪਣੇ ਮਨ ਨੂੰ ਆਸਰਾ ਦੇਣ ਵਾਸਤੇ, ਸਹਾਰਾ ਦੇਣ ਵਾਸਤੇ ਉਹਨਾਂ ਨੇ ਬੜੇ ਸਾਰੇ ਗ੍ਰੰਥ ਪੜ੍ਹਨਾ ਕੀਤੇ, ਖੋਜਣਾ ਕੀਤੇ, ਭਾਲਣਾ ਕੀਤੇ, ਕਿਤੋਂ ਸ਼ਾਂਤ ਨਾ ਆਈ। ਅੱਜ ਜਦੋਂ ਉਹਨਾਂ ਨੇ ਲਾਇਬ੍ਰੇਰੀ, ਆਪ ਦੀ ਪੁਰਾਤਨ ਲਾਇਬ੍ਰੇਰੀ ਸਰਚ ਕਰਦਿਆਂ ਗ੍ਰੰਥਾਂ ਦੀ ਭਾਲ ਕਰਦਿਆਂ ਖੋਜੀ, ਤਾਂ ਉਹਦੇ ਵਿੱਚ ਉਹਨਾਂ ਨੂੰ 4 ਸ਼ਲੋਕ ਸਹਿਸਕ੍ਰਿਤੀ ਬਾਣੀ ਦੇ ਪ੍ਰਾਪਤ ਹੋਏ, ਜੋ ਇਹਨਾਂ ਦੇ ਦਾਦਾ ਗੋਪਾਲ ਦੱਤ ਪੰਡਤ ਦੇ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਨਾਰਸ ਕਾਸ਼ੀ ਗਏ ਸਨ, ਜਿੱਥੇ ਹੁਣ ਗੁਰਦੁਆਰਾ ਗੁਰੂ ਕਾ ਬਾਗ ਸੁਭਾਏਮਾਨ ਹੈ, ਉੱਥੇ ਮਰੇ ਕੁੱਤੇ ਤੋਂ ਚਰਚਾ ਕਰਵਾ ਦਿੱਤੀ ਸੀ ਗੋਪਾਲ ਦੱਤ ਪੰਡਤ ਦੇ ਨਾਲ, ਔਰ ਉਸ ਦੇ ਹੰਕਾਰ ਨੂੰ ਚੋਟ ਮਾਰੀ ਸੀ। ਉਹ 4 ਸ਼ਬਦ 4 ਸ਼ਲੋਕ ਇਹਨਾਂ ਨੂੰ ਪ੍ਰਾਪਤ ਹੋ ਗਏ। ਪੜ੍ਹ ਕੇ ਬੜਾ ਮਨ ਸ਼ਾਂਤ ਹੋਇਆ। ਪੁੱਛਦੇ ਨੇ ਇਹ ਬਾਣੀ ਕਿਹਦੀ ਹੈ, ਇਤਨਾ ਆਨੰਦ ਵਰਤਾਣ ਵਾਲੀ ਬਾਣੀ। ਦੱਸਣਾ ਕੀਤਾ ਪੁਰਾਤਨ ਬਜ਼ੁਰਗ ਜਿਹੜੇ ਉੱਥੇ ਸਰੀਰ ਕਰਕੇ ਜਿਉਂਦੇ ਸਨ। ਇਹ ਬਾਣੀ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ। ਜੇ ਤੁਸੀਂ ਇਸ ਤਰ੍ਹਾਂ ਦੀ ਉਹ ਬਾਣੀ ਸੁਣਨੀ ਚਾਹੁੰਦੇ ਹੋ, ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਪੀਸ ਆਫ ਮਾਈਂਡ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਅੰਮ੍ਰਿਤਸਰ ਸਾਹਿਬ ਜਾਣਾ ਪਏਗਾ। ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਗੁਰਤਾ ਗੁਰਗੱਦੀ ਦੇ ਉੱਤੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੁਭਾਏਮਾਨ ਹਨ। ਉਹ ਤੁਹਾਡੇ ਮਨ ਨੂੰ ਸ਼ਾਂਤ ਕਰ ਸਕਦੇ ਹਨ, ਤੁਹਾਡੇ ਅਨੇਕਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਨ, ਤੁਹਾਡੇ ਖਿੰਡੇ ਹੋਏ ਮਨ ਨੂੰ ਇਕੱਠਿਆਂ ਕਰਕੇ ਤੁਹਾਡੇ ਮਨ ਨੂੰ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜ ਸਕਦੇ ਹਨ।
ਇਹ ਦੁਨੀਆ ਦੇ ਉੱਤੇ ਇੱਕੋ ਇੱਕ ਹਸਤੀ ਹੈ ਜਿਨ੍ਹਾਂ ਦਾ ਨਾਮ ਹੈ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਇਹਨਾਂ ਨੇ ਚਾਲੇ ਪਾ ਦਿੱਤੇ, ਸਤਿਗੁਰਾਂ ਦੇ ਚਰਨ ਕਮਲਾਂ ਵਿੱਚ ਪਹੁੰਚੇ। ਇੱਥੇ ਆ ਕਰਕੇ 4 ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਸਤਿਗੁਰਾਂ ਨੂੰ ਭੇਂਟ ਕਰ ਦਿੱਤੇ ਔਰ ਬੇਨਤੀ ਕੀਤੀ, ਸਾਡਾ ਮਨ ਬੜਾ ਉਪਰਾਮ ਸੀ। ਇਹ ਬਾਣੀ ਪੜ੍ਹ ਕੇ ਮਨ ਸ਼ਾਂਤ ਹੋਇਆ। ਪੂਰਨ ਤੌਰ ਤੇ ਸਾਡੇ ਮਨ ਨੂੰ ਸ਼ਾਂਤ ਕਰੋ ਸੱਚੇ ਪਾਤਸ਼ਾਹ, ਐਸੇ ਗਿਆਨ ਸਾਨੂੰ ਪ੍ਰਦਾਨ ਕਰੋ। ਕਿਰਪਾ ਕਰਕੇ ਮਹਾਰਾਜ ਜੀਓ ਉਹਨਾਂ ਨੂੰ, ਜਿਵੇਂ ਸਾਡੇ ਬਜ਼ੁਰਗਾਂ ਨੂੰ ਤੁਸੀਂ ਮਹਾਰਾਜ ਜੀ ਗਿਆਨ ਕਰਵਾਇਆ, ਭਟਕਦੇ ਹੋਏ ਮਨ ਨੂੰ ਸ਼ਾਂਤ ਕੀਤਾ, ਉਹਨਾਂ ਦੇ ਦੁੱਖਾਂ ਦਾ ਨਾਸ਼ ਕੀਤਾ, ਇਵੇਂ ਕਿਵੇਂ ਸਾਡੇ ਦੁੱਖਾਂ ਨੂੰ ਵੀ ਨਾਸ਼ ਕਰੋ। ਸਾਡੇ ਭਟਕਦੇ ਖਿੰਡੇ ਹੋਏ ਮਨ ਨੂੰ ਕਿਰਪਾ ਕਰਕੇ ਸ਼ਾਂਤ ਕਰੋ, ਦਇਆ ਦ੍ਰਿਸ਼ਟੀ ਕਰੋ। ਫਿਰ ਸੱਚੇ ਪਾਤਸ਼ਾਹ ਜੀ ਨੂੰ 4 ਸ਼ਬਦ ਐਕਸੈਪਟ ਕਰ ਲਏ ਔਰ ਆਪ ਦੇ ਕੋਲੋਂ ਫਿਰ ਬਾਣੀ ਉਚਾਰਨ ਕਰਨ ਲੱਗੇ। ਹੁਣ ਜਿਵੇਂ ਇਹ ਸਭ ਇਹਦੀ ਪਰੁਲਾਉਜ਼ ਹੈ ਸਹਿਸਕ੍ਰਿਤੀ ਬਾਣੀ ਦੀ, ਜਿਵੇਂ ਇੱਕ ਸੰਸਕ੍ਰਿਤ ਹੁੰਦੀ ਹੈ, ਇੱਕ ਸਹਿਸਕ੍ਰਿਤੀ ਹੁੰਦੀ ਹੈ। ਜਦੋਂ ਤੁਸੀਂ ਸੰਥਾ ਸਹਿਤ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਡੇ ਉਸਤਾਦ ਤੁਹਾਨੂੰ ਇਹ ਗਿਆਨ ਕਰਾਉਂਦੇ ਹਨ ਕਿ ਪੁਰਾਤਨ ਗ੍ਰੰਥ ਪਾਲੀ ਭਾਸ਼ਾ ਵਿੱਚ ਲਿਖੇ ਹੋਏ ਹਨ ਔਰ ਪਾਲੀ ਭਾਸ਼ਾ ਐਸੀ ਜਿਹਦੇ ਵਿੱਚ ਸਾਧ ਸੰਗਤ ਜੀ ਰਿਗਵੇਦ, ਯਜੁਰਵੇਦ, ਅਥਰਵਣ ਵੇਦ, ਸਾਮ ਵੇਦ ਹਨ, ਜਿਨ੍ਹਾਂ ਦੇ ਵਿੱਚ ਸਾਧ ਸੰਗਤ ਜਿਸ ਭਾਸ਼ਾ ਦੇ ਵਿੱਚ, ਜਿਸ ਬੋਲੀ ਦੇ ਵਿੱਚ ਇਸ ਐਡੇ ਪੁਰਾਤਨ ਗ੍ਰੰਥ ਲਿਖਣਾ ਕੀਤੇ, ਸੌਖੀ ਭਾਸ਼ਾ ਵਿੱਚ ਇਸ ਨੂੰ ਦੇਵਗਣ ਲਿਪੀ ਕਿਹਾ ਜਾਂਦਾ ਹੈ। ਔਰ ਜਦੋਂ ਬੇਨਤੀ ਕੀਤੀ ਜਾਂਦੀ ਹੈ ਕਿ ਦੇਵਗਣ ਲਿਪੀ ਬੜੀ ਮੁਸ਼ਕਿਲ, ਬੜੀ ਮੁਹਾਲ ਹੈ ਪੜ੍ਹਨੀ ਸਮਝਣੀ, ਕਿਰਪਾ ਕਰਕੇ ਇਸ ਨੂੰ ਆਸਾਨ ਕਰ ਦਿਓ, ਤਾਂ ਦੇਵਗਣ ਲਿਪੀ ਦੇ ਵਿੱਚੋਂ ਸਾਧ ਸੰਗਤ ਸਹਿਸਕ੍ਰਿਤੀ ਬਾਣੀ ਆਉਂਦੀ ਹੈ। ਸਹਿਸਕ੍ਰਿਤੀ ਬਾਣੀ ਵੀ, ਸਹਿਸਕ੍ਰਿਤੀ ਭਾਸ਼ਾ ਵੀ ਬੜੀ ਔਖੀ ਲੱਗਦੀ ਹੈ, ਪੜ੍ਹਨ ਦੇ ਵਾਸਤੇ ਮੁਹਾਲ ਹੈ। ਫਿਰ ਉਹਨਾਂ ਦੇ ਸ਼ਾਗਿਰਦ ਬੇਨਤੀ ਕਰਦੇ ਹਨ, ਸ਼ਿਸ਼ ਬੇਨਤੀ ਕਰਦੇ ਹਨ, ਐ ਗੁਰੂਦੇਵ ਸਾਨੂੰ ਇਸ ਤੋਂ ਥੋੜੀ ਜਿਹੀ ਆਸਾਨ ਭਾਸ਼ਾ ਦਾ ਗਿਆਨ ਕਰਵਾਓ। ਤਾਂ ਸਹਿਸਕ੍ਰਿਤੀ ਬਾਣੀ ਦੇ ਵਿੱਚੋਂ ਸੰਸਕ੍ਰਿਤ ਬਾਣੀ ਉਤਪੰਨ ਹੁੰਦੀ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੋ ਔਖੀ ਬਾਣੀ ਹੈ, ਜੋ ਸਾਧ ਸੰਗਤ ਜੀ ਮੁਸ਼ਕਲ ਬਾਣੀ ਹੈ, ਜਿਸ ਦਾ ਨਾਮ ਸਹਿਸਕ੍ਰਿਤੀ ਬਾਣੀ ਹੈ, ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਜੋ ਲਿਖੀ ਹੋਈ ਹੈ, ਇਹ ਉਹ ਭਾਸ਼ਾ ਹੈ। ਔਰ ਜਿਸ ਦੇ ਵਿੱਚ ਰਿਗਵੇਦ ਹੈ, ਯਜੁਰਵੇਦ, ਅਥਰਵਣ ਤੇ ਸਾਮ ਵੇਦ ਹਨ, 6 ਪੁਰਾਣ, 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਉਸ ਦਾ ਨਾਮ ਦੇਵਗਣ ਲਿਪੀ ਹੈ ਔਰ ਉਹ ਸੰਸਕ੍ਰਿਤ ਹੈ। ਮੇਰੇ ਸਾਰੇ ਕਹਿਣ ਦਾ ਭਾਵ, ਸਾਰ ਅੰਸ਼ ਇਹ ਹੈ ਕਿ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਇਹ ਮਾਤਾ ਰੂਪ ਦੇ ਵਿੱਚ ਹੈ ਸਹਿਸਕ੍ਰਿਤੀ। ਜਿਸ ਵਿੱਚ ਹਿੰਦੂਇਜ਼ਮ ਦੇ ਗ੍ਰੰਥ ਲਿਖੇ ਹੋਏ ਹਨ, ਉਹ ਬੇਟੀ ਰੂਪ ਦੇ ਵਿੱਚ ਹੈ, ਉਹ ਸੰਸਕ੍ਰਿਤ ਹੈ, ਇਹ ਸਹਿਸਕ੍ਰਿਤੀ ਹੈ। ਸੋ ਇੱਥੇ ਹੁਣ ਸਤਿਗੁਰਾਂ ਨੇ 16 ਸ਼ਲੋਕਾਂ ਤੱਕ, 15 ਸ਼ਲੋਕਾਂ ਤੱਕ ਜੋ ਗਿਆਨ ਕਰਵਾਇਆ, ਇਹ ਸੰਤ ਆਸ਼ਰਮ ਚੈਨਲ ਤੇ ਪਹਿਲਾਂ ਇਹ ਸਾਰੇ ਭਾਗ ਮੌਜੂਦ ਹਨ। ਸਭ ਸੰਗਤਾਂ ਸੁਣਦੀਆਂ ਔਰ ਆਸ਼ੀਰਵਾਦ ਦਿੰਦੀਆਂ ਹਨ। ਇਸ ਤੋਂ ਅੱਗੇ ਜੋ ਵਿਚਾਰ ਹੈ, ਅਨਿਤਯ ਵਿਤੰ, ਅਨਿਤਯ ਚਿਤੰ, ਅਨਿਤਯ ਆਸਾ, ਬਹੁਵਿਧ ਪ੍ਰਕਾਰੰ। ਹੁਣ ਅੱਗੇ ਗਿਆਨ ਕਰਵਾਇਆ ਜਾ ਰਿਹਾ ਹੈ। ਐ ਜੀਵ, ਅਨੇਕਾਂ ਪ੍ਰਕਾਰ ਦੀ ਚਿਤਵਨੀ ਲਈ ਬੈਠਾ ਹੈ ਤੂੰ, ਅਨੇਕਾਂ ਪ੍ਰਕਾਰ ਦੀ ਚਿਤਵਨੀ ਧਨ ਪਦਾਰਥ ਕਮਾਉਣ ਦੀ ਹੈ ਤੇਰੀ। ਇਹ ਚਿਤਵਨੀ ਤੇਰੀ ਗਲਤ ਹੈ, ਇਹ ਚਿਤਵਨੀ ਤੇਰੀ ਝੂਠੀ ਹੈ। ਅਨਿਤਯ ਵਿਤੰ, ਅਨਿਤਯ ਚਿਤੰ, ਇਹ ਜੋ ਤੂੰ ਧਨ ਪਦਾਰਥ ਮਾੜੇ ਕਰਮ ਕਰਕੇ, ਵਿਸ਼ੇ ਵਿਕਾਰ ਭੋਗ ਕੇ, ਕਿਸੇ ਦੇ ਨਾਲ ਕੁਕਰਮ ਕਰਕੇ, ਕਿਸੇ ਦਾ ਕਤਲ ਕਰਕੇ, ਕਿਸੇ ਦਾ ਹੱਕ ਖੋ ਕੇ ਜੋ ਇਹ ਤੂੰ ਧਨ ਪਦਾਰਥ ਇਕੱਤਰਤ ਕਰੇਗਾ ਹੈ, ਇਹਦੇ ਬਦਲੇ ਤੈਨੂੰ ਸਜ਼ਾਵਾਂ ਮਿਲ ਸਕਦੀਆਂ ਹਨ। ਕਿਉਂਕਿ ਭਗਤ ਜੀ ਮਹਾਰਾਜ ਗੁਰਬਾਣੀ ਚ ਫਰਮਾਉਂਦੇ ਹਨ, ਬਹੁ ਪਰਪੰਚ ਕਰ ਪਰ ਧਨ ਲਿਆਵੈ।
बड़े माड़े चंगे काम करके, चोरियां ठगियां करके, 10 ਦਾ ਸਮਾਨ ਲੈ ਕੇ 50 ਦਾ ਵੇਚ ਕੇ, ਜਿਵੇਂ ਹੁਣ ਆ ਕਿਸਾਨ ਮੋਰਚੇ ਦੇ ਵਿੱਚ ਹੋ ਰਿਹਾ ਹੈ। ਸਾਡੀ ਮੱਕੀ ਖਰੀਦਦੇ ਨੇ 7 ਰੁਪਏ ਕਿਲੋ, ਤੇ ਜਦੋਂ ਉਹਦਾ ਆਟਾ ਬਣ ਕੇ ਆਉਂਦਾ ਤਾਂ 150 ਰੁਪਏ ਕਿਲੋ ਹੋ ਜਾਂਦਾ ਹੈ। ਜਦੋਂ ਸਾਡੀ ਕਣਕ ਖਰੀਦੀ ਜਾ ਰਹੀ ਹੈ, ਇਹ ਜੋ ਇਹਨਾਂ ਦੇ ਮੇਨ ਮਕਸਦ ਹਨ ਇਹੀ ਤਾਂ ਹਨ ਕਿ ਪਹਿਲੇ ਨੰਬਰ ਤੇ ਅਸੀਂ ਇਹਨਾਂ ਨੂੰ ਜ਼ਿਆਦਾ ਲਾਲਚ ਦੇ ਦਈਏ। ਜੋ ਹੁਣ ਇਹ ਰੌਲਾ ਕਈਆਂ ਨੂੰ ਤਾਂ ਹਜੇ ਤੱਕ ਵੀ ਨਹੀਂ ਪਤਾ ਲੱਗਿਆ ਇਹ ਰੌਲਾ ਹੈ ਕੀ। ਇਹ ਜੋ ਸਿਰਫ ਅਸੀਂ ਕਹਿ ਰਹੇ ਹਾਂ ਕਿ ਕਿਸਾਨ ਭਰਾਵਾਂ ਦਾ ਜਾਂ ਜ਼ਿਮੀਂਦਾਰਾਂ ਦਾ ਹੀ ਹੈ ਇਹ ਰੌਲਾ, ਇਹ ਕਿਸਾਨ ਮੋਰਚਾ, ਹੋਰ ਤਾਂ ਕਿਸੇ ਨੂੰ ਲੋੜ ਹੀ ਨਹੀਂ ਇਹਦੇ ਵਿੱਚ ਜਾਣ ਦੀ। ਆ ਸੁਣਿਓ ਜਰਾ ਇਹ ਕਿਸ ਤਰ੍ਹਾਂ ਦੇ ਨਾਲ ਹੈ। ਇਹ ਜੋ ਕਿਸਾਨ ਮੋਰਚਾ ਹੈ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੋਇਆ ਹੈ, ਇਹ ਜੋ ਜ਼ਿਮੀਂਦਾਰ ਭਰਾਵਾਂ ਦੀ ਸਾਰੀ ਜ਼ਮੀਨ ਹੈ 15 ਸਾਲ ਜਾਂ 20 ਸਾਲ ਵਾਸਤੇ ਇਹਨਾਂ ਨੇ ਆਪ ਦੇ ਨਾਮ ਲਿਖਵਾ ਲੈਣੀ ਹੈ। ਔਰ ਜਿਵੇਂ ਹੁਣ ਸਾਨੂੰ ਕਣਕ ਦਾ ਰੇਟ ਮੰਨ ਲਓ 2000 ਰੁਪਏ ਮਿਲਦਾ ਹੈ, ਤਾਂ ਹੁਣ ਸਾਧ ਸੰਗਤ ਜੀ ਉਹ ਸਾਨੂੰ 2500 ਰੁਪਇਆ ਦੇਣਗੇ, 500 ਰੁਪਇਆ ਐਕਸਟਰਾ ਦੇਣਗੇ। ਹੁਣ ਅਸੀਂ ਜਾਂਦੇ ਹਾਂ ਸਰਕਾਰੀ ਮੰਡੀਆਂ 'ਚ ਜਿੱਥੇ ਸਾਡੀ ਫਸਲ ਦੀ ਬੋਲੀ ਲੱਗਦੀ ਹੈ, ਇੱਕ ਦਿਨ ਜੀ ਇਹਨੂੰ ਹੋਰ ਸੁਕਾ ਲਾਓ, ਜਾਂ ਜੀ 2 ਦਿਨ ਤੁਹਾਨੂੰ ਰੁਕਣਾ ਪਏਗਾ, ਹੁਣ ਜੀ ਬਾਰਦਾਨਾ ਨਹੀਂ ਹੈਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਅਸੀਂ ਖੱਜਲ ਖੁਆਰ ਹੁੰਨੇ ਆ। ਕਈ ਵਾਰੀ 2 ਰਾਤਾਂ ਸਾਨੂੰ ਉੱਥੇ 3 ਰਾਤਾਂ ਵੀ ਮੰਡੀ ਵਿੱਚ ਰਹਿਣਾ ਪੈਂਦਾ ਹੈ। ਅਸੀਂ ਕਹਿੰਦੇ ਬੜੀ ਖੱਜਲ ਖੁਆਰੀ ਹੈ। ਇਹਦੇ ਬਦਲੇ ਦੇ ਵਿੱਚ ਆ ਜੋ ਅਡਾਨੀ ਅਬਾਨੀ ਇਹਨਾਂ ਦੀਆਂ ਗੱਲਾਂ ਚੱਲ ਰਹੀਆਂ ਨੇ, ਇਹ ਜੋ ਬੰਬੇ ਦੇ ਵੱਡੇ ਤਕੜੇ ਸੇਠ ਨੇ ਜੋ ਸਰਕਾਰਾਂ ਬਣਾ ਸਕਦੇ ਹਨ, ਸਰਕਾਰਾਂ ਨੂੰ ਪੈਸਾ ਦੇ ਕੇ ਆਪ ਦੇ ਇਸ਼ਾਰਿਆਂ ਤੇ ਨਚਾ ਸਕਦੇ ਹਨ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਇਹ ਜੋ ਬਚਨ ਅਸੀਂ ਪੜ੍ਹ ਰਹੇ ਹਾਂ ਨਾ, ਇਹ ਉਹਦੇ ਅਰਥਾਂ ਮੁਤਾਬਕ ਹੀ ਦੇਖੋ। ਅਨਿਤਯ ਵਿਤੰ, ਅਨਿਤਯ ਚਿਤੰ, ਅਨਿਤਯ ਆਸਾ, ਬਹੁਵਿਧ ਪ੍ਰਕਾਰੰ। ਅਨਿਤਯ ਵਿਤੰ ਦਾ ਮਤਲਬ ਹੈ ਸਦੀਵ ਕਾਲ ਨਾ ਰਹਿਣ ਵਾਲਾ ਧਨ ਪਦਾਰਥ। ਅਨਿਤਯ ਚਿਤੰ, ਅਨੇਕਾਂ ਚਿਤਵਨੀਆਂ ਚਿਤਵਦਾ, ਜਿਹੜੀਆਂ ਚਿਤਵਨੀਆਂ ਨੇ ਰਹਿਣਾ ਨਹੀਂ ਪਰ ਠੱਗੀਆਂ ਮਾਰਨ ਵਾਸਤੇ ਚਿਤਵਨੀਆਂ ਚਿਤਵਦਾ ਹੈ। ਅਨਿਤਯ ਆਸਾ, ਅਨੇਕਾਂ ਆਸ਼ਾਵਾਂ ਜਗਾਈ ਬੈਠਾ ਹੈ, ਨੀਡਸ ਕਹਿ ਲਓ, ਡਿਜ਼ਾਇਰਸ ਕਹਿ ਲਓ, ਥਿੰਕਿੰਗਸ ਕਹਿ ਲਓ। ਬਹੁਵਿਧ ਪ੍ਰਕਾਰੰ, ਬੜੇ ਪ੍ਰਕਾਰ ਦੇ ਬੜੇ ਤਰੀਕਿਆਂ ਦੇ ਨਾਲ ਇਸ ਧਨ ਪਦਾਰਥ ਨੂੰ ਹਥਿਆਉਣ ਵਾਸਤੇ। ਹੁਣ ਉਹ ਕੀ ਕਰਦੇ ਹਨ ਭਾਈ, ਉਹਨਾਂ ਨੇ 2500 ਰੁਪਇਆ ਸਾਨੂੰ ਦੇ ਦਿੱਤਾ, ਅਸੀਂ ਕਵਾਂਗੇ ਆ ਵਧੀਆ ਹੋ ਗਿਆ। ਇਹ ਸਰਕਾਰੀ ਮੰਡੀ 'ਚ ਬੋਲੀ ਲਾਉਣ ਵਾਸਤੇ ਸਾਨੂੰ 2 3 4 ਰਾਤਾਂ ਰਹਿਣਾ ਪੈਂਦਾ ਸੀ। ਇਹ ਜਦੋਂ ਇਹਦੇ ਬਰਾਬਰ ਇਹਨਾਂ ਨੇ ਪ੍ਰਾਈਵੇਟ ਸ਼ਾਹੂਕਾਰ ਲੋਕਾਂ ਨੇ ਆਪ ਦੇ ਆਦਮੀ ਦੇ ਦਿੱਤੇ 500 ਰੁਪਇਆ ਜ਼ਿਆਦਾ, ਹੁਣੇ ਹੀ ਫਸਲ ਲੈ ਕੇ ਆਏ, ਹੁਣੇ ਹੀ ਵਿਕ ਗਈ। ਕਈਆਂ ਦੀ ਜ਼ਿਆਦਾ ਖੇਤ 'ਚੋਂ ਹੀ ਚੁੱਕ ਕੇ ਲੈ ਗਏ, ਨਾਲ ਦੀ ਨਾਲ ਹਿਸਾਬ। ਅਸੀਂ ਕਵਾਂਗੇ ਆ ਤਾਂ ਬੜਾ ਵਧੀਆ ਹੋ ਗਿਆ। ਫਿਰ ਉਹ ਕਹਿਣਗੇ ਇਉਂ ਕਰੋ 15 ਸਾਲ ਵਾਸਤੇ ਤੁਸੀਂ ਸਾਨੂੰ ਇਹ ਜ਼ਮੀਨ ਦਿਓ ਤੇ ਅਸੀਂ ਤੁਹਾਨੂੰ 15 ਸਾਲ ਵਾਸਤੇ ਨਾ ਲੱਖ ਰੁਪਈਆ ਦੇਵਾਂਗੇ। ਜਿਵੇਂ ਹੁਣ 40,000 ਚੱਲਦਾ ਠੇਕਾ, ਜੋ ਅਸੀਂ ਜ਼ਮੀਨ ਠੇਕੇ ਤੇ ਦੇ ਦਿੰਦੇ, ਆਪ ਨਹੀਂ ਕਰਦੇ, ਕਿਸੇ ਹੋਰ ਨੂੰ ਵਾਹਣ ਬੀਜਣ ਵਾਸਤੇ ਦੇ ਦਿੰਦੇ ਹਾਂ। ਉਹ ਕਹਿਣਗੇ ਅਸੀਂ ਲੱਖ ਰੁਪਈਆ ਦੇਵਾਂਗੇ ਜੀ, ਅਸੀਂ ਲੱਖ ਦੇਵਾਂਗੇ, ਜ਼ਮੀਨ ਸਾਨੂੰ ਦਿਓ, ਸਾਡੇ ਕਿਸਾਨ ਆਉਣਗੇ, ਸਾਡੇ ਮਜ਼ਦੂਰ ਆਉਣਗੇ, ਖੇਤੀ ਕਰਨਗੇ। ਅਸੀਂ ਕਵਾਂਗੇ ਇਦੂ ਹੋਰ ਕੀ ਚਾਹੀਦਾ। ਤੁਸੀਂ ਲੱਖ, ਅਸੀਂ 40,000 ਨੂੰ ਦਿੰਦੇ ਹਾਂ, ਤੁਸੀਂ ਲੱਖ 'ਚ। ਅਸੀਂ ਕਵਾਂਗੇ ਲੈ ਲਓ, ਅਸੀਂ ਲਿਖ ਦਿਆਂਗੇ 15 ਸਾਲ ਵਾਸਤੇ ਅਸੀਂ ਇਹਨਾਂ ਨੂੰ ਦਿਆ ਕਰਾਂਗੇ। ਉਹ ਕਹਿਣਗੇ ਸਾਲ ਅਸੀਂ ਪੈਸੇ ਤੁਹਾਨੂੰ 2 ਦਿਨ ਪਹਿਲਾਂ ਹੀ ਦੇ ਦਿਆ ਕਰਾਂਗੇ ਜਦੋਂ ਹਿਸਾਬ ਹੁੰਦਾ ਹੈ। ਅਸੀਂ ਕਵਾਂਗੇ ਇਦੂ ਹੋਰ ਕੀ ਚਾਹੀਦਾ। ਅਸੀਂ ਉਹਨਾਂ ਦਾ ਇਹ ਦੱਸ ਰਹੇ ਹਾਂ ਜੋ ਉਹ ਕੁਝ ਕਰਨਾ ਚਾਹੁੰਦੇ ਹਨ। 1 ਸਾਲ ਬਾਅਦ ਜਦੋਂ ਆਉਂਦੇ ਹਨ ਸਾਧ ਸੰਗਤ ਜੀ, ਸਾਲ ਬਾਅਦ ਜਦੋਂ ਸਾਡੇ ਪਾਸ ਆਉਣਗੇ ਔਰ ਆ ਕਰਕੇ ਫਿਰ ਸਾਨੂੰ ਕਹਿਣਗੇ ਵੀ ਹਾਂ ਹੁਣ ਦੱਸੋ ਜੀ ਤੁਸੀਂ ਕੀ ਚਾਹੁੰਦੇ ਹੋ, ਕਿਵੇਂ ਚਾਹੁੰਦੇ ਹੋ। ਅਸੀਂ ਕਵਾਂਗੇ ਸਾਨੂੰ ਦਿਓ ਜੀ ਲੱਖ ਰੁਪਈਆ ਅਗਲੇ ਸਾਲ ਵਾਲਾ। ਅਗਲੇ ਸਾਲ ਵਾਲਾ ਲੱਖ ਰੁਪਈਆ ਵੀ ਸਾਨੂੰ ਉਹ ਕਹਿਣਗੇ ਅਸੀਂ ਨਹੀਂ ਦਿੰਦੇ ਲੱਖ। 15 ਸਾਲ ਵਾਸਤੇ ਤਾਂ ਤੂੰ ਜ਼ਮੀਨ ਲਿਖਾਤੀ ਸਾਨੂੰ, ਅਸੀਂ ਨਹੀਂ ਦੇਣਾ।
ਅਸੀਂ ਕਿਹਦੇ ਕੋਲ ਜਾਵਾਂਗੇ? ਪਿੰਡ ਦੇ ਸਰਪੰਚ ਕੋਲ ਵੀ ਲਓ ਜੀ ਆ ਬਾਹਰਲੇ ਬੰਦੇ ਇਸ ਤਰ੍ਹਾਂ ਬੰਬੇ ਵਾਲੇ ਸਾਤੋਂ ਜ਼ਮੀਨ ਲੈ ਗਏ ਔਰ ਸਾਨੂੰ ਲੱਖ ਦਿੰਦੇ ਨਹੀਂ। ਹੁਣ ਜਿਹੜੇ ਸਰਕਾਰ ਬਣਾ ਸਕਦੇ ਹੈ, ਸਰਕਾਰ ਨੂੰ ਇਸ਼ਾਰਿਆਂ ਤੇ ਨਚਾ ਸਕਦੇ ਹੈ, ਉਹਨਾਂ ਮੂਹਰੇ ਸਰਪੰਚ ਕੀ ਬੋਲੇਗਾ? ਬੋਲ ਸਕਦਾ ਸਰਪੰਚ ਕੁਛ? ਫਿਰ ਅਸੀਂ ਕਹਾਂਗੇ ਅਸੀਂ ਜੀ ਥਾਣੇ ਵਿੱਚ ਜਾ ਕੇ ਰਿਪੋਰਟ ਲਿਖਾ ਦਿਆਂਗੇ, ਤੁਹਾਡੇ ਤੇ ਕੰਪਲੇਨ ਕਰਾਂਗੇ। ਹੁਣ ਜਿਸ ਬੰਬੇ ਦੇ ਸ਼ਾਹੂਕਾਰਾਂ ਦੇ ਇਸ਼ਾਰਿਆਂ ਦੇ ਉੱਤੇ ਸਾਧ ਸੰਗਤ ਜੀ ਮੋਦੀ ਨੱਚ ਸਕਦਾ ਹੈ, SSP DSP ਨਹੀਂ ਨੱਚਣਗੇ। ਉਹ ਸਭ ਖਰੀਦੇ ਜਾਣਗੇ। ਇੱਕ ਸਾਲ ਇੱਕ ਵਾਰੀ ਸਾਨੂੰ 1 ਲੱਖ ਰੁਪਈਆ ਦੇਤਾ 40,000 ਦੀ ਥਾਂ ਤੇ, ਪਰ ਜਦੋਂ ਅਸੀਂ ਲਿਖ ਕੇ ਦੇਤਾ 15 ਸਾਲ ਵਾਸਤੇ ਇਹ ਮਾਲਕ ਨੇ, ਮੁੜ ਕੇ ਸਾਨੂੰ ਫੁੱਟੀ ਕੌੜੀ ਨਹੀਂ ਮਿਲਣੀ। ਅਸੀਂ ਕੀ ਕਹਿ ਕੇ ਛੁੱਟਾਂਗੇ ਵੀ ਅਸੀਂ ਤੁਹਾਡੇ ਮੂਹਰੇ ਹੱਥ ਬੰਨ੍ਹਦੇ ਹਾਂ। ਅਸੀਂ ਇਹ ਕਹਾਂਗੇ ਨਾ, ਅਸੀਂ ਵਕੀਲਾਂ ਕੋਲ ਜਾਵਾਂਗੇ, ਜੱਜ ਕੋਲ ਕਿਹਦੇ ਕੋਲ ਚਲੇ ਜਾਵਾਂਗੇ? ਅਸੀਂ ਸਾਡਾ ਕੌਣ ਹੈ ਇਸ ਦੁਨੀਆ ਦੇ ਉੱਤੇ? ਕਿਹਦੇ ਕੋਲ ਜਾ ਕੇ ਫਰਿਆਦਾਂ ਕਰਾਂਗੇ? ਕਿਸੇ ਨੇ ਨਹੀਂ ਸੁਣਨੀ ਹੈ। ਐਵੇਂ ਨਹੀਂ, ਉਸ ਜਗ੍ਹਾ ਦੇ ਉੱਤੇ ਜਾ ਕੇ ਸਾਧ ਸੰਗਤ ਜੀ ਸਭ ਲੋਕ ਧਰਨੇ ਲਗਾ ਰਹੇ, ਸਭ ਲੋਕ ਜਿਉਂ-ਜਿਉਂ ਜਾਗਰਤ ਹੋ ਰਹੇ ਹਾਂ, ਤਿਉਂ-ਤਿਉਂ ਆ ਰਹੇ ਹਾਂ ਆਪਣਾ ਹੱਕ ਲੈਣ ਵਾਸਤੇ। ਆਉਣਾ ਵੀ ਚਾਹੀਦਾ ਹੈ। ਐਵੇਂ ਕਿਵੇਂ ਸਾਧ ਸੰਗਤ? ਫਿਰ ਜਦੋਂ ਸਾਡੀ ਕੋਈ ਬਾਂਹ ਹੀ ਨਹੀਂ ਪਕੜੇਗਾ, ਫਿਰ ਸਾਨੂੰ ਕਹਿਣਾ ਪਊਗਾ ਜ਼ਮੀਨ ਤਾਂ ਤੁਹਾਨੂੰ ਦਿੱਤੀ, ਜਿੰਨੇ ਦੇਣੇ ਆ ਦੇ ਦਿਓ। ਜਿੱਥੇ ਸਾਡੀ 40,000 ਨੂੰ ਸਾਡੇ ਹੀ ਬੰਦੇ ਖੇਤੀ ਕਰਦੇ ਸੀ, ਉਹ ਸਾਨੂੰ 20,000 ਤੋਂ 20,000 ਦੇ ਕੇ ਸਾਲ ਵਾਸਤੇ ਸਾਡਾ ਖੇਤ ਵਾਹੁਣਗੇ। 15 ਸਾਲ 16 ਸਾਲ ਜਦੋਂ ਇਹ ਇੰਨਾ ਸਮਾਂ ਬਤੀਤ ਹੋਣਾ, ਕਈਆਂ ਨੇ ਤਾਂ ਮਰ ਜਾਣਾ। 15 ਸਾਲ ਪਿੱਛੇ ਮਾਰ ਲਓ ਨਿਗਾਹ, ਕਿੰਨੇ ਕੁ ਲੋਕ ਸਾਧ ਸੰਗਤ ਹੁਣ ਤੱਕ ਜਿਉਂਦੇ ਨੇ। ਕਈ ਜਵਾਨ ਅਵਸਥਾ 'ਚ ਚਲੇ ਗਏ, ਕਈ ਤਾਂ ਇੱਥੇ ਹੱਕ ਲੈਣ ਆਏ, ਚੜ੍ਹਾਈ ਕਰ ਗਏ, ਕਿੰਨੇ ਕੁ ਚਲੇ ਗਏ। ਅਸੀਂ ਕਵਾਂਗੇ ਜੀ ਤੁਸੀਂ ਜ਼ਮੀਨ ਹੀ ਰੱਖ ਲਓ, ਜਿੰਨੇ ਦੇਣੇ ਉਹਨੇ ਕੁ ਦੇ ਦਿਓ। ਇਹੀ ਕਵਾਂਗੇ ਨਾ ਅਸੀਂ। ਇੱਥੇ ਆ ਕੇ ਖਹਿੜਾ ਛੁੱਟੇਗਾ। ਇਸ ਕਰਕੇ ਸਾਧ ਸੰਗਤ ਜੀ ਇਹ ਜੋ ਜਿਵੇਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਨੰਦਪੁਰ ਦੇ ਮਤੇ ਪਾਏ ਸਨ, ਉਹ ਵੀ ਹੱਕ ਮੰਗ ਰਹੇ ਸਨ। ਇਵੇਂ ਕਿਵੇਂ ਹੁਣ ਸਾਰੇ ਕਿਸਾਨ ਭਰਾ ਆਪ ਦੇ ਮੁਖੀ ਹਨ, ਆਪ ਦੇ ਲੀਡਰ ਹਨ, ਆਪ ਹੀ ਆਪਣਾ ਹੱਕ ਮੰਗ ਰਹੇ ਹਨ। ਇਹ ਸਮੇਂ ਸਿਰ ਹੁੰਦਾ ਆਇਆ, ਅੱਜ ਕੋਈ ਨਵਾਂ ਨਹੀਂ। ਹੱਕ ਲੈਣਾ ਪੈਂਦਾ ਹੈ। 19 ਵਾਰੀ ਦਿੱਲੀ ਜਿੱਤੀ ਹੈ ਪੰਜਾਬ ਦੇ ਲੋਕਾਂ ਨੇ, ਕੋਈ ਮਾੜੀ ਮੋਟੀ ਗੱਲ ਨਹੀਂ। ਇਹ ਹੱਕ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬੋਲਿਆ ਕਰਦੇ ਨਾ ਸਟੇਜ ਤੇ, ਅਕਸਰ ਇਹ ਬਚਨ ਕਰਿਆ ਕਰਦੇ ਸਨ, ਕੋ ਕਿਸੀ ਕੋ ਰਾਜ ਨਾ ਦੈ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਕੋਈ ਕਿਸੇ ਨੂੰ ਰਾਜ ਥੋੜੋ ਦਿੰਦਾ ਹੈ, ਇਹ ਤਾਂ ਲੈਣਾ ਪੈਂਦਾ ਹੈ। ਜੇ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀਆਂ ਦੇ ਇਤਿਹਾਸ ਵੱਲ ਝਾਤ ਮਾਰੋ ਤਾਂ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਕੋਈ ਤਖਤ ਲਾ ਕੇ ਨਹੀਂ ਬੈਠ ਸਕਦਾ, ਕੋਈ ਕਲਗੀ ਲਗਾ ਕੇ ਨਹੀਂ ਬੈਠ ਸਕਦਾ, ਕੋਈ ਫੌਜਾਂ ਨਹੀਂ ਰੱਖ ਸਕਦਾ, ਕੋਈ ਘੋੜੇ ਨਹੀਂ ਰੱਖ ਸਕਦਾ, ਕੋਈ ਨਗਾਰਾ ਨਹੀਂ ਵਜਾ ਸਕਦਾ। ਇਸ ਤਰ੍ਹਾਂ ਹੀ ਸੀ ਨਾ। ਇੰਨਾ ਕੁਝ ਕਿਹਾ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਭ ਕੁਝ ਕੀਤਾ। ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਾਵਰ ਕਿਹਾ, ਤੇ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਵੀ 2-2 ਹੱਥ ਕੀਤੇ। ਸੋ ਕਹਿਣ ਤੋਂ ਭਾਵ ਹੈ ਅਨਿਤਯ ਵਿਤੰ ਅਨਿਤਯ ਚਿਤੰ ਅਨਿਤਯ ਆਸਾ ਬਹੁਵਿਧ ਪ੍ਰਕਾਰੰ। ਧਨ ਨਿਤ ਰਹਿਣ ਵਾਲਾ ਨਹੀਂ ਹੈ। ਇਹ ਜੀਵ ਕੋਈ ਕਿਸੇ ਦੇ ਇਸ਼ਾਰਿਆਂ ਤੇ, ਕੋਈ ਆਪਣੇ ਸਕੇ ਭਰਾਵਾਂ ਨੂੰ, ਕੋਈ ਆਪਣੇ ਪਿਤਾ ਨੂੰ, ਕੋਈ ਆਪਣੇ ਦੋਸਤ ਮਿੱਤਰਾਂ ਨੂੰ ਧੋਖਾ ਦੇ ਰਿਹਾ ਹੈ, ਮਾਰ ਰਿਹਾ ਹੈ, ਖਤਮ ਕਰ ਰਿਹਾ ਹੈ। ਕਾਦੇ ਵਾਸਤੇ? ਮਹਾਰਾਜ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿ ਆਨ ਲੁਟਾਵੈ। ਸੱਚੇ ਪਾਤਸ਼ਾਹ ਕਹਿੰਦੇ ਹੋ ਸੱਜਣਾ ਮਨ ਮੇਰੇ ਭੂਲੇ, ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪਹਿ ਲੀਜੈ। ਛਿਨ ਛਿਨ ਤਨ ਛੀਜੈ, ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਮਾਰੋ ਉਹਨਾਂ ਤੇ ਝਾਤੀ ਜਿਨ੍ਹਾਂ ਨੇ ਦੁਖੀਆਂ ਨੂੰ ਦੁੱਖ ਦਿੱਤੇ, ਮਜ਼ਦੂਰਾਂ ਦੇ ਉੱਤੇ ਤਸ਼ੱਦਦ ਕੀਤੇ, ਚੀਥੜੇ ਉੱਡ ਗਏ ਉਹਨਾਂ ਲੋਕਾਂ ਦੇ। ਸਾਧ ਸੰਗਤ ਜੀ ਬੋਟੀ ਇਕੱਠੀ ਕਰਕੇ ਸੰਸਕਾਰ ਕੀਤੇ ਉਹਨਾਂ ਲੋਕਾਂ ਦੇ, ਬਚੇ ਨਹੀਂ। ਸਮਾਂ ਅੱਜ ਵੀ ਉਹੀ ਚੱਲ ਰਿਹਾ ਹੈ।
ਅਨਿਤਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਣੰ ਵਿਕਾਰੰ। ਨਿਤ ਸਦੀਵ ਕਾਲ ਆਲਵੇਜ਼ ਇੱਥੇ ਰਹਿਣ ਵਾਲੇ ਪਦਾਰਥ ਵੀ ਨਹੀਂ ਹਨ। ਅਸੀਂ ਪਦਾਰਥਾਂ ਨਾਲ ਮੋਹ ਕਰਦੇ ਹਾਂ। ਆ ਵਸਤੂ ਮੇਰੀ, ਤੂੰ ਕਿਵੇਂ ਲੈ ਜਾ ਸਕਦਾ ਹੈ ਮੇਰੇ ਕੋਲੋਂ? ਮੋਹ ਦੇ ਕਾਰਨ, ਮੋਹ ਦੇ ਅਧੀਨ ਹੋਏ ਹੋਏ ਹੰਕਾਰੀ ਹੋ ਜਾਂਦੇ ਹਾਂ। ਕਈ ਵਾਰ ਅਸੀਂ ਆਪਣੇ ਬੱਚਿਆਂ ਤੇ ਬੜਾ ਮਾਣ ਕਰ ਲੈਂਦੇ ਹਾਂ। ਕਈ ਵਾਰੀ ਅਸੀਂ ਆਪਣੇ ਬੈਂਕ ਬੈਲੈਂਸ ਤੇ ਬੜਾ ਮਾਣ ਕਰ ਲੈਂਦੇ ਹਾਂ। ਆ ਤੁਸੀਂ ਦੇਖਿਆ ਹੋਵੇਗਾ ਅੱਜ ਕੱਲ੍ਹ ਛਾਤਰ ਲੋਕ ਕੀ ਕੁਛ ਕਰਦੇ ਹਨ। ਇੱਕ ਫੋਨ ਕਾਲ ਕਰਕੇ ਤੁਹਾਡਾ ਸਾਰਾ ਪੈਸਾ ਅਕਾਊਂਟ ਦੇ ਵਿੱਚੋਂ ਲੈ ਜਾਂਦੇ ਹਨ ਕੱਢ ਕੇ। ਇੱਕ ਕਾਲ ਕਰਕੇ ਹੀ ਬਸ, ਤੁਸੀਂ ਜੀ ਆ ਨੰਬਰ ਦੱਸੋ ਜੀ, ਤੁਹਾਨੂੰ 2.5 ਲੱਖ ਦਾ ਇਨਾਮ ਨਿਕਲ ਆਇਆ ਜੀ, ਅਸੀਂ ਤੁਹਾਨੂੰ ਹੁਣੇ ਹੀ ਪੈਸੇ ਦੇਣ ਲੱਗੇ ਹਾਂ ਜੀ, ਤੁਸੀਂ ਆਪਦੇ ਕਾਰਡ ਦਾ ਪਿਛਲਾ ਨੰਬਰ ਬੋਲ ਦਿਓ 16 ਅੰਕਾਂ ਦਾ। ਬਸ ਸਾਧ ਸੰਗਤ ਜੀ, ਕਾਹਦਾ ਮਾਣ ਕਰਨਾ ਇਸ ਧਨ ਪਦਾਰਥ ਤੇ? ਸ਼ਾਤਿਰ ਲੋਕ, ਚਲਾਕ ਲੋਕ ਚੁਟਕੀ ਮਾਰ ਕੇ ਸਾਰਾ ਪੈਸਾ ਉਡਾ ਕੇ ਲੈ ਜਾਂਦੇ ਹਨ। ਮਹਾਰਾਜ ਵਾਰ-ਵਾਰ ਫਰਮਾਨ ਕਰਦੇ ਹਨ, ਅਨਿਤਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਣੰ ਵਿਕਾਰੰ। ਤੂੰ ਇਸ ਭਰਮ ਦੇ ਵਿੱਚ ਖਚਿਤ ਹੋਇਆ ਹੋਇਆ, ਵਿਕਾਰੀ ਹੋਇਆ ਹੋਇਆ, ਮਲੀਨ ਮਨ ਰੱਖ ਕੇ ਮੰਦੇ ਅਤੇ ਬੁਰੇ ਕਰਮਾਂ ਦੇ ਵਿੱਚ ਖਚਿਤ ਹੋ ਰਿਹਾ ਹੈ। ਇੱਥੇ ਵਸ ਨਹੀਂ। ਫਰੰਤ ਜੋਨ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ। ਅਨੇਕਾਂ ਜੂਨਾਂ ਵਿੱਚ ਤੈਨੂੰ ਜਾਣਾ ਪਏਗਾ। ਕਿੰਨੀਆਂ ਜੂਨਾਂ 'ਚ? ਕੋਈ ਗਿਣ ਕੇ ਦੱਸੇ ਕਿੰਨੀਆਂ ਜੂਨਾਂ 'ਚ ਜਾਣਾ ਪਏਗਾ? 5 7 10 15 20 100 200 1000 2000? ਨਹੀਂ ਭਾਈ, 83,99,999 ਜੂਨਾਂ 'ਚ ਜਾਣਾ ਪਏਗਾ। ਇੰਨੀਆਂ ਜੂਨਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋਏਗੀ। ਇੱਥੇ ਵਸ ਨਹੀਂ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਉਹ ਸਜਣਾ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਰ ਇਹ ਦੇ ਸੰਜਰੀਆ। ਦੇਖ ਤੈਨੂੰ ਕਿੰਨੇ ਲੰਮੇ ਸਮੇਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਰਾਗ ਮਾਰੂ ਚ ਕੀ ਫਰਮਾਨ ਕਰਦੇ ਹਨ? 1,84 ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ, ਸੋ ਆਏ ਜਾਏ ਦੁੱਖ ਪਾਏਂਦਾ। ਜੇ ਤੂੰ ਹੁਣ ਚੂਕ ਕਰ ਗਿਆ ਨਾ, ਹੁਣ ਤੋਂ ਕਿਤੇ ਕਨਫਿਊਜ਼ਨ ਦੇ ਵਿੱਚ ਰਹਿ ਗਿਆ ਕਿ ਮੈਂ ਨਾਮ ਜਪਾਂ ਜਾਂ ਇੰਜੋਇਮੈਂਟ ਕਰਾਂ, ਫਿਰ ਤੂੰ ਕਨਫਿਊਜ਼ ਐਸਾ ਹੋ ਜਾਏਗਾ। ਸ਼ਲੋਕ ਸਹਿਸਕ੍ਰਿਤੀ ਚ ਫਰਮਾਨ ਕਰਦੇ ਹਨ, ਫਿਰੰਤ ਜੋਨ ਅਨੇਕ ਜਠਰਾਗਨ। ਅਨੇਕਾਂ ਜਠਰਾਗਨ ਕਿਸ ਨੂੰ ਕਿਹਾ ਜਾਂਦਾ ਹੈ? ਜਿਵੇਂ 4 ਪ੍ਰਕਾਰ ਦੀ ਅਗਨੀ ਹੈ, ਇੱਕ ਬੜਵਾ ਨਲ ਅਗਨੀ ਹੈ, ਸਾਧ ਸੰਗਤ ਜੀ ਇੱਕ ਕਾਸ਼ਟ ਦੇ ਵਿੱਚ ਹੈ, ਇੱਕ ਗਰਭ ਅਗਨ ਜਿਸ ਨੂੰ ਜਠਰਾਗਨ ਕਿਹਾ ਜਾਂਦਾ ਹੈ, ਇੱਕ ਪ੍ਰਤੱਖ ਅਗਨੀ ਹੈ। ਇਹ 4 ਪ੍ਰਕਾਰ ਦੀ ਅਗਨੀ ਕਿਤੇ ਨਾ ਕਿਤੇ ਜਾ ਕੇ ਸ਼ਾਂਤ ਹੋ ਸਕਦੀ ਹੈ, ਪਰ ਜਿਹੜੀ ਜਠਰਾਗਨ ਹੈ, ਤੇਰਾ ਸਰੀਰ ਹੀ ਉਸ ਅਗਨੀ ਦੇ ਵਿੱਚ ਤਿਆਰ ਹੁੰਦਾ ਹੈ। ਉਸ ਅਗਨੀ ਜਿਸ ਦੇ ਵਿੱਚ ਭੋਜਨ ਪਚਦਾ ਹੈ, ਹਾਜ਼ਮ ਹੁੰਦਾ ਹੈ, ਉਸ ਅਗਨ ਦੇ ਵਿੱਚ ਤੇਰਾ ਸਰੀਰ ਬਣਦਾ ਹੈ। ਤੂੰ 8 9 10 ਮਹੀਨੇ ਤੱਕ ਉਸ ਅਗਨ ਦੇ ਵਿੱਚ ਹੀ ਤਪਦਾ ਰਹਿੰਦਾ ਹੈ। ਬਚਾਉਂਦਾ ਕੌਣ ਹੈ ਤੈਨੂੰ? ਉਸ ਅਗਨ ਦੇ ਵਿੱਚ ਤੈਨੂੰ ਕੇਵਲ ਨਾਮ ਬਚਾਉਂਦਾ ਹੈ। ਜਿਹੜੀ ਤੇਰੀ ਲਿਵ ਪਰਮੇਸ਼ਰ ਦੇ ਨਾਲ ਲੱਗੀ ਹੁੰਦੀ ਹੈ, ਤੇਲ ਧਾਰਵਤ ਪਰਮੇਸ਼ਰ ਦੇ ਨਾਲ ਅਟੈਚਮੈਂਟ ਤੇਰੀ ਬਣੀ ਹੁੰਦੀ ਹੈ। ਪ੍ਰਤਪਾਲ ਮਾਤਾ ਅਗਨ ਰਾਖੈ ਲਗਨ ਦੇਤ ਨਾ ਸੇਕ, ਸੋਈ ਸੁਆਮੀ ਇਹਾਂ ਰਾਖੈ ਦੀਜੈ ਬੁੱਧ ਵਿਵੇਕ। ਉਹ ਪਰਮੇਸ਼ਰ ਜਿਹੜਾ ਤੈਨੂੰ ਉਸ ਅਗਨ ਦੇ ਵਿੱਚ ਬਚਾਉਂਦਾ ਹੈ, ਉਹਨੇ ਤੈਨੂੰ ਇੱਥੇ ਬਚਾਉਣਾ, ਕਿਉਂਕਿ ਇੱਥੇ ਵੀ ਬੜੀ ਭਿਆਨਕ ਅੱਗ ਹੈ। ਅਸੀਂ ਪੜ੍ਹਿਆ ਸੀ ਨਾ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ, ਤਿਤੈ ਲੇਖੋ ਉਬਾਰ। ਇਹ ਸੰਸਾਰ ਦੀ ਜੋ ਅਗਨ ਹੈ, ਇਸ ਦੇ ਵਿੱਚ ਵੀ ਸਾਧ ਸੰਗਤ ਜੀ ਪਤਾ ਨਹੀਂ ਇਹ ਜੀਵ ਕਿੰਨੇ ਮਾੜੇ ਕਰਮ ਕਰਕੇ ਹੰਕਾਰੀ ਹੋਇਆ, ਕ੍ਰੋਧੀ ਹੋਇਆ। ਸਾਧ ਸੰਗਤ ਜੀ ਇਸ ਅਗਨ ਦੇ ਵਿੱਚ ਸੜ ਵੱਲ ਰਿਹਾ ਹੈ, ਇਸ ਸੰਸਾਰੀ ਅਗਨ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ।
ਜੇ ਤੈਨੂੰ ਬਚਾ ਸਕਦੀ ਹੈ, ਇੱਕ ਨਾਮ ਦੀ ਸ਼ਕਤੀ ਹੀ ਬਚਾਵੇਗੀ। ਫਿਰ ਅੰਤ ਜੋਨ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧੀਆਂ। ਕਿੰਨਾ ਗਿਆਨ ਬਾਣੀ ਕਰਾਉਂਦੀ ਹੈ, ਕਿਤੇ ਸਾਡੇ ਕੰਨ ਤੇ ਜੂੰ ਸਰਕਦੀ ਹੈ। ਕਾਰੂ ਬਾਦਸ਼ਾਹ ਦਾ ਨਾਮ ਤੁਸੀਂ ਸੁਣਿਆ ਹੋਵੇਗਾ। ਇਹ ਸਾਰੇ ਸ਼ਲੋਕ ਦਾ ਮੋਰਲ ਨਿਕਲ ਆਵੇਗਾ ਜੇ ਤੁਸੀਂ ਕਾਰੂ ਬਾਦਸ਼ਾਹ ਦੀ ਸਾਖੀ ਸੁਣੀ ਜਾਂ ਪੜ੍ਹੀ ਹੋਵੇਗੀ ਕਿਤੇ। ਕਾਰੂ ਬਾਦਸ਼ਾਹ ਇਤਨਾ ਭਿਆਨਕ ਬਾਦਸ਼ਾਹ ਸੀ, ਇਤਨੀ ਭਿਆਨਕ ਸੋਚ ਦਾ ਮਾਲਕ, ਇਤਨੀ ਘਟੀਆ ਸੋਚ ਦਾ ਮਾਲਕ। ਮੋਦੀ ਵਾਂਗੂ ਸਾਰੀ ਦੁਨੀਆ ਨੂੰ ਦੁੱਖ ਦੇ ਰਿਹਾ ਸੀ। ਕਿਸੇ ਪਾਸ ਇੱਕ ਪੈਸਾ ਨਹੀਂ ਸੀ ਰਹਿਣ ਦੇ ਰਿਹਾ। ਜਿੱਥੋਂ ਤੱਕ ਵੀ ਹੋ ਰਿਹਾ ਸੀ, ਦੁਨੀਆ ਨੂੰ ਦੁੱਖ ਦੇ ਕਰਕੇ ਆਪ ਆਪਣੇ ਆਪ ਨੂੰ ਖੁਸ਼ੀ ਦੇ ਵਿੱਚ ਮਹਿਸੂਸ ਕਰ ਰਿਹਾ ਸੀ। ਇਸ ਕਾਰੂ ਬਾਦਸ਼ਾਹ ਨੇ ਅੱਜ ਕੀ ਕੀਤਾ? ਸਾਧ ਸੰਗਤ, ਜਿੱਥੇ ਜਿੱਥੇ ਤੱਕ ਵੀ ਇਸ ਨੂੰ ਪਤਾ ਲੱਗ ਰਿਹਾ ਹੈ ਕਿ ਧਨ ਪਦਾਰਥ ਕਿਸੇ ਦੇ ਕੋਲ ਹੈ, ਉਸ ਨੂੰ ਇਕੱਠਾ ਕਰੀ ਜਾ ਰਿਹਾ ਹੈ, ਖੋਹੀ ਜਾ ਰਿਹਾ ਹੈ। ਬੜੀ ਦੂਰ ਦੂਰ ਤੱਕ ਇਸਨੇ ਕਿਸੇ ਪਾਸ ਕੋਈ ਪੈਸਾ ਹੀ ਨਾ ਰਹਿਣ ਦਿੱਤਾ। ਅੱਜ ਉਹ ਸਮਾਂ ਬਣ ਗਿਆ ਜਿਸ ਸਮੇਂ ਇਹ ਆਪਣੇ ਆਪ ਨੂੰ ਬੜਾ ਅਮੀਰ ਸਮਝਣ ਲੱਗ ਗਿਆ ਕਿ ਮੇਰੇ ਪਾਸ ਪੈਸਾ ਬਹੁਤ ਹੈ, ਮੇਰੇ ਪਾਸ ਇਤਨਾ ਜ਼ਿਆਦਾ ਧਨ ਪਦਾਰਥ ਹੈ ਕਿ ਇਸ ਤੋਂ ਵੱਧ ਹੋਰ ਕਿਸੇ ਰਾਜੇ ਪਾਸ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਦੀ ਸੋਚ ਰੱਖ ਕੇ ਸਾਧ ਸੰਗਤ ਜੀ ਇਸ ਨੇ ਹੋਰ ਦੁਨੀਆ ਨੂੰ ਵੀ ਦੁਖੀ ਕਰਨਾ ਸ਼ੁਰੂ ਕਰ ਦਿੱਤਾ। ਕੈਸੇ ਕੈਸੇ ਦੁਖੀ ਕਰ ਰਿਹਾ ਹੈ। ਅੱਜ ਇਸ ਨੇ ਜਦੋਂ ਆਪ ਦੇ ਮੀਰਾਂ ਵਜ਼ੀਰਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਤਾਂ ਪਤਾ ਲੱਗਿਆ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਕਿ ਸਾਰਾ ਪੈਸਾ ਅਸੀਂ ਸਾਰਿਆਂ ਕੋਲੋਂ ਇਕੱਠਾ ਕਰ ਲਿਆ, ਸਾਨੂੰ ਤਾਂ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਧਨ ਪਦਾਰਥ ਹਜੇ ਵੀ ਦੁਨੀਆ ਦੇ ਪਾਸ ਹੈ, ਪੈਸਾ ਹਜੇ ਵੀ ਦੁਨੀਆ ਦੇ ਪਾਸ, ਤੇਰੀ ਪ੍ਰਜਾ ਕੋਲ ਬੜਾ ਪੈਸਾ ਹੈ। ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਲਓ ਜੀ ਇੱਕ ਤਰੀਕਾ ਵਰਤੋ, ਤੁਹਾਨੂੰ ਹੁਣੇ ਪਤਾ ਲੱਗ ਜਾਏਗਾ। ਕਹਿੰਦਾ ਜੀ ਫਿਰ ਦੱਸੋ ਕਿਵੇਂ, ਕਿਹੜੇ ਤਰੀਕੇ ਨਾਲ ਮੈਂ ਦੁਨੀਆ ਦੇ ਕੋਲੋਂ ਇਹ ਪੈਸਾ ਕਢਵਾ ਸਕਦਾ ਹਾਂ? ਕਹਿੰਦੇ ਬੜੀ ਆਸਾਨ ਗੱਲ ਹੈ, ਤੁਸੀਂ ਇਹ ਗੱਲ ਕਹੋ ਕਿ ਜਿਹਦੇ ਪਾਸ ਵੀ ਜਿੰਨਾ ਪੈਸਾ ਹੈ ਤੁਸੀਂ ਮੇਰੇ ਪਾਸ ਲੈ ਕੇ ਆਓ। ਇੱਕ ਦੂਜੇ ਦੀ ਉੱਪਰ ਦੀ ਹੋ ਕੇ ਕਹਿੰਦੇ ਨੇ ਕਿ ਅਸੀਂ ਵੱਡੀ ਸਿੱਖਿਆ ਦਈਏ, ਅਸੀਂ ਬਹੁਤਾ ਗਿਆਨ ਕਰਾਈਏ, ਪੈਸਾ ਇਕੱਠਾ ਕਰਨ ਦਾ ਤਰੀਕਾ ਦਸੀਏ। ਪਰ ਸਾਧ ਸੰਗਤ ਜੀ ਇਸ ਤਰ੍ਹਾਂ ਪੈਸਾ ਕੌਣ ਲੈ ਕੇ ਆਵੇਗਾ? ਜਦੋਂ ਕਿਹਾ ਗਿਆ ਕਿ ਤੁਸੀਂ ਗਿਆਨ ਕਰਾਓ, ਕੋਈ ਤਰੀਕਾ ਦੱਸੋ ਕਿਵੇਂ ਪੈਸਾ ਇਕੱਠਾ ਕੀਤਾ ਜਾਵੇ, ਇੱਕ ਸੱਜਣ ਬੋਲਿਆ, ਕਹਿੰਦਾ ਜੀ ਦੇਖੋ ਥੋੜਾ ਜਿਹਾ ਤੁਸੀਂ ਇਸ ਤਰ੍ਹਾਂ ਠੰਡੇ ਦਿਮਾਗ ਨਾਲ ਸੋਚੋ, ਜੇ ਤੁਸੀਂ ਪੈਸਾ ਕਢਵਾਉਣਾ ਚਾਹੁੰਦੇ ਹੋ, ਸਾਨੂੰ ਪੂਰੀ ਉਮੀਦ ਹੈ ਕਿ ਪ੍ਰਜਾ ਦੇ ਪਾਸ ਹਜੇ ਧਨ ਪਦਾਰਥ ਹੈ, ਬੜੇ ਟੈਕਸ ਲਗਾ ਲਏ ਤੁਸੀਂ, ਕਦੇ ਤੁਸੀਂ ਜ਼ਮੀਨ ਤੇ ਟੈਕਸ ਲਗਾ ਦਿੱਤਾ, ਕਦੇ ਤੁਸੀਂ ਰੋਟੀ ਪ੍ਰਸ਼ਾਦੇ ਤੇ ਟੈਕਸ, ਕਦੇ ਚੁੱਲ੍ਹੇ ਤੇ ਟੈਕਸ ਲਗਾ ਦਿੱਤਾ, ਕਦੇ ਡੰਗਰ ਪਸ਼ੂ ਰੱਖਣ ਤੇ ਟੈਕਸ ਲਗਾ ਦਿੱਤਾ, ਹਜੇ ਵੀ ਇਹਨਾਂ ਦੇ ਪਾਸ ਪੈਸਾ ਹੈ। ਇਹ ਨਿਕਲੇਗਾ ਕਿਵੇਂ? ਤੁਸੀਂ ਆਪਣੀ ਬੇਟੀ ਨੂੰ ਇਹ ਮਹਿਲਾਂ ਦੇ ਉੱਪਰ ਖੜਾਓ, ਦੂਰ ਦੂਰ ਤੱਕ ਅਨਾਉਂਸਮੈਂਟ ਢੰਡੋਰਾ ਫਰਵਾ ਕਰਕੇ ਦੁਨੀਆ ਨੂੰ ਇੱਥੇ ਇਕੱਠੀ ਕਰੋ, ਔਰ ਜਦੋਂ ਸਭ ਦੁਨੀਆ ਇਕੱਠੀ ਹੋ ਜਾਏ ਤੁਸੀਂ ਇਹ ਗੱਲ ਕਹੋ ਕਿ ਜਿਹੜਾ ਬੱਚਾ ਇੱਕ ਸੋਨੇ ਦੀ ਮੋਹਰ ਲੈ ਕੇ ਆ ਜਾਏਗਾ ਮੇਰੇ ਪਾਸ, ਉਹਦੇ ਨਾਲ ਮੈਂ ਆਪਣੀ ਰਾਜਕੁਮਾਰੀ ਦਾ ਵਿਆਹ ਕਰਾਂਗਾ। ਇੱਕ ਬੜਾ ਅੱਵਲ ਦਰਜੇ ਦਾ ਨੀਚ ਕਰਮ ਸੀ ਜੋ ਉਸ ਨੂੰ ਕਰਨ ਵਾਸਤੇ ਕਿਹਾ ਕਿ ਆਪਣੀ ਬੇਟੀ ਦਾ ਲਾਲਚ ਦਿਓ। ਕਹਿੰਦਾ ਤੁਸੀਂ ਇਹ ਅਨਾਉਂਸਮੈਂਟ ਕਰਵਾਓ। ਉਹ ਕਹਿੰਦਾ ਗੱਲੇ ਕੋਈ ਨਹੀਂ। ਹੁਣ ਜਿਹੜੇ ਲੋਕ ਗਿਰੇ ਹੋਏ ਹੁੰਦੇ ਹਨ ਉਹਨਾਂ ਵਾਸਤੇ ਹੋਰ ਗਿਰਨਾ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ। ਜਦੋਂ ਗਿਰੇ ਹੀ ਗਿਆ, ਆਚਰਣ ਤੋਂ ਗਿਰ ਗਿਆ, ਆਪਣੀਆਂ ਗੱਲਾਂ ਤੋਂ ਗਿਰ ਗਿਆ, ਆਪਣੇ ਵਾਅਦਿਆਂ ਤੋਂ ਗਿਰ ਗਿਆ, ਉਹ ਤਾਂ ਗਿਰੇ ਹੀ ਗਿਆ ਨਾ। ਜਦੋਂ ਇਸ ਤਰ੍ਹਾਂ ਦੇ ਨਾਲ ਅਨਾਉਂਸਮੈਂਟ ਕਰਵਾਈ ਗਈ ਕਿ ਮੈਂ ਆਪਣੀ ਰਾਜਕੁਮਾਰੀ ਦਾ ਵਿਆਹ ਉਸ ਲੜਕੇ ਦੇ ਨਾਲ ਕਰ ਦਿਆਂਗਾ ਜਿਹੜਾ ਇੱਕ ਸੋਨੇ ਦੀ ਮੋਹਰ ਲੈ ਕੇ ਆਏਗਾ। ਇੰਨੇ ਨੂੰ ਕੀ ਚਾਹੁੰਦੇ ਸਨ ਨੌਜਵਾਨ ਬੱਚੇ?
ਸਾਡੀ ਗਰੀਬੀ ਕੱਟੀ ਜਾਏਗੀ, ਅਸੀਂ ਰਾਜੇ ਦੇ ਘਰ ਜਮਾਈ ਬਣ ਕੇ ਰਵਾਂਗੇ, ਸਾਨੂੰ ਧਨ ਪਦਾਰਥ ਦਾ ਕੋਈ ਤੋਟਾ ਕੋਈ ਘਾਟਾ ਨਹੀਂ ਰਵੇਗਾ। ਪਰ ਇੱਕ ਸੋਨੇ ਦੀ ਮੋਹਰ ਕਿੱਥੋਂ ਆਏ? ਕਈ ਬੱਚੇ ਆਪੋ ਆਪਣੀ ਸਲਾਹ ਮਸ਼ਵਰਾ ਕਰਦੇ ਹਨ ਕਿ ਰਾਜੇ ਦੇ ਮਹਿਲਾਂ 'ਚ ਚੋਰੀ ਕਰ ਲਈ ਜਾਏ, ਕੋਈ ਕਹਿੰਦੇ ਹਨ ਕਿਤੇ ਡਾਕਾ ਮਾਰ ਲਿਆ ਜਾਏ। ਪਰ ਇੱਕ ਲੜਕਾ ਜੋ ਮਾਤਾ ਦਾ ਆਗਿਆਕਾਰ ਸੀ, ਮਾਂ ਨਾਲ ਜਾ ਕੇ ਸਲਾਹ ਕਰਦਾ ਹੈ, ਐ ਮਾਂ, ਅੱਜ ਦੇਖ ਕਿੰਨਾ ਸੋਹਣਾ ਅਵਸਰ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ, ਰਾਜੇ ਦੀ ਬੇਟੀ ਦੇ ਨਾਲ ਸ਼ਾਦੀ ਹੋ ਜਾਏਗੀ ਮੇਰੀ, ਅੰਤਾਂ ਦੀ ਗਰੀਬੀ ਅਤੇ ਦੁੱਖ ਦਲਿੱਦਰ ਕੱਟਿਆ ਜਾਏਗਾ ਆਪਣਾ। ਇੱਕ ਕੰਮ ਤੂੰ ਕਰ, ਕਿਰਪਾ ਕਰਕੇ ਇੱਕ ਮੋਹਰ ਮੈਨੂੰ ਸੋਨੇ ਦੀ ਦੇ ਦੇ, ਮੈਂ ਕਾਰੂ ਬਾਦਸ਼ਾਹ ਦੀ ਲੜਕੀ ਦੇ ਨਾਲ ਸ਼ਾਦੀ ਕਰਵਾ ਲਵਾਂਗਾ, ਸਾਰੇ ਧਨ ਪਦਾਰਥ ਦਾ ਮਾਲਕ ਬਣ ਜਾਊਂਗਾ। ਉਹ ਕਹਿਣ ਲੱਗੀ, ਬੇਟਾ ਕਾਰੂ ਬਾਦਸ਼ਾਹ ਬੜਾ ਨੀਚ ਬਾਦਸ਼ਾਹ ਹੈ, ਉਹ ਤੇ ਭਰੋਸਾ ਨਾ ਕਰ, ਉਹ ਬੜਾ ਪਾਪੀ ਜ਼ਾਲਮ ਹੈ, ਜਿਹੜਾ ਆਪਣੀ ਪ੍ਰਜਾ ਦੇ ਉੱਤੇ ਸਾਹ ਲੈਣ ਤੇ ਵੀ ਟੈਕਸ ਲਗਾ ਰਿਹਾ ਹੈ, ਆਪ ਦੀ ਬੇਟੀ ਨੂੰ ਤੇਰੇ ਨਾਲ ਕਦਾਚਿਤ ਵੀ ਨਹੀਂ ਵਿਆਹੇਗਾ। ਇਹਦੇ ਵਿੱਚ ਉਹਦੀ ਕੋਈ ਚਾਲ ਹੈ, ਕਿਉਂਕਿ ਰਾਜਨੀਤਿਕ ਲੋਕ ਹੁਣ ਕਹਿੰਦਾ ਹੈ ਨਾ, ਮੋਦੀ ਕਹਿੰਦਾ ਕਿ ਮੈਂ ਤੁਹਾਡੇ 13 ਜੋ ਮੁੱਦੇ ਹਨ, 13 ਜੋ ਸ਼ਰਤਾਂ ਹਨ, 9 ਮੰਨ ਜਾਵਾਂਗਾ, ਬਾਕੀ ਦੀਆਂ ਨਹੀਂ ਮੰਨਣੀਆਂ। ਉਹ ਕਹਿੰਦੇ ਅਸੀਂ ਸਾਰੀਆਂ ਮਨਾਉਣੀਆਂ ਨਹੀਂ, ਸਹਿਮਤੀ ਨਹੀਂ, ਇਹ ਖਤਮ ਕਰਨੀਆਂ ਹਨ, ਇਹ ਖਤਮ ਹੋਣੀਆਂ ਚਾਹੀਦੀਆਂ ਹਨ। ਇਵੇਂ ਕਿਵੇਂ ਰਾਜਨੀਤਿਕ ਲੋਕ ਤਾਂ ਲੋੜ ਪੈਣ ਤੇ ਗਧੇ ਨੂੰ ਪਿਓ ਬਣਾ ਲੈਂਦੇ ਹਨ। ਇਸ ਕਰਕੇ ਐ ਬੇਟਾ ਤੂੰ ਉਹਦੇ ਤੇ ਬਹੁਤਾ ਭਰੋਸਾ ਨਾ ਕਰ। ਕਹਿੰਦਾ ਨਾ ਬੇਬੇ, ਐਵੇਂ ਨਾ ਤੂੰ ਝੱਲੀਆਂ ਗੱਲਾਂ ਕਰ, ਬਹੁਤੀਆਂ ਗੱਲਾਂ ਕਰਕੇ ਟਾਈਮ ਖਰਾਬ ਨਾ ਕਰ, ਕਿਰਪਾ ਕਰਕੇ ਸੋਨੇ ਦੀ ਮੋਹਰ ਦੇ ਅਤੇ ਤੂੰ ਰਾਜਕੁਮਾਰੀ ਦੇ ਸਿਰ ਤੋਂ ਦੀ ਪਾਣੀ ਵਰਨ ਦੀਆਂ ਤਿਆਰੀਆਂ ਕਰ। ਉਹ ਕਹਿਣ ਲੱਗੀ, ਬੇਟਾ ਤੂੰ ਮੰਨਦਾ ਨਹੀਂ? ਕਹਿੰਦਾ ਬੇਬੇ ਨਹੀਂ, ਮੈਂ ਰੁੱਸ ਜਾਵਾਂਗਾ, ਅੱਜ ਕੱਲ੍ਹ ਦੇ ਬੱਚੇ ਕੀ ਕਰਦੇ, ਜਾਂ ਕੋਈ ਦਵਾਈ ਖਾ ਕੇ ਮਰ ਜਾਊਂਗਾ, ਨਹਿਰ ਵਿੱਚ ਡਿੱਗ ਜਾਵਾਂਗਾ, ਘਰ ਛੱਡ ਕੇ ਦੌੜ ਜਾਵਾਂਗਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਜਦੋਂ ਬਾਰ-ਬਾਰ ਬੱਚਾ ਬੇਨਤੀ ਕਰਦਾ ਹੈ ਤਾਂ ਮਾਂ ਦਾ ਹਿਰਦਾ ਸਦੀਵ ਕਾਲ ਦ੍ਰਵੀਭੂਤ ਹੋਇਆ ਕਰਦਾ ਹੈ, ਪ੍ਰੇਮਾ ਭਗਤੀ ਨਾਲ ਲਵਾ-ਲਵ ਭਰਿਆ ਹੋਇਆ ਕਰਦਾ ਹੈ। ਮਾਂ ਆਪਣੇ ਬੱਚਿਆਂ ਦਾ ਦੁੱਖ ਦਰਦ ਸਹਾਰ ਕੇ, ਦੁੱਖ ਦਰਦ ਦੇਖ ਕੇ ਸਹਾਰ ਨਹੀਂ ਸਕਦੀ ਹੁੰਦੀ, ਕਿਵੇਂ ਨਾ ਕਿਵੇਂ ਕਰਕੇ ਆਪਣੇ ਬੱਚਿਆਂ ਦੇ ਦੁੱਖ ਦਰਦ ਕਲਾ ਕਲੇਸ਼ ਕੱਟਣ ਦਾ ਪ੍ਰਯਤਨ ਕਰਦੀ ਹੈ। ਥੋੜਾ ਸਮਾਂ ਬੈਠ ਕੇ ਸੋਚਿਆ ਤੇ ਦੱਸਿਆ, ਬੇਟਾ ਜਦੋਂ ਤੇਰਾ ਪਿਤਾ ਚੜ੍ਹਾਈ ਕੀਤਾ ਸੀ ਨਾ, ਉਦੋਂ ਉਹਦੇ ਮੂੰਹ ਦੇ ਵਿੱਚ ਇੱਕ ਸੋਨੇ ਦੀ ਮੋਹਰ ਪਾ ਕੇ ਉਹਨੂੰ ਕਬਰਸਤਾਨ ਦੇ ਵਿੱਚ ਦੱਬ ਦਿੱਤਾ ਸੀ, ਦਫਨਾਇਆ ਸੀ। ਜੇ ਤੂੰ ਬਹੁਤੀ ਜਿੱਦ ਕਰਦਾ ਹੈ, ਜਾ ਕੇ ਉਹਦੀ ਕਬਰ ਪੁੱਟ ਲੈ, ਜਿੱਥੇ ਉਹਦਾ ਮੂੰਹ ਵਾਲਾ ਹਿੱਸਾ ਸੀ। ਜਦੋਂ ਤੂੰ ਉਹ ਜਗ੍ਹਾ ਪੁੱਟੇਗਾ ਤਾਂ ਉੱਥੋਂ ਤੈਨੂੰ ਇੱਕ ਸੋਨੇ ਦੀ ਮੋਹਰ ਪ੍ਰਾਪਤ ਹੋ ਜਾਏਗੀ। ਤੂੰ ਉਹ ਮੋਹਰ ਸਾਫ਼ ਸੁਥਰੀ ਕਰਕੇ ਜਾ ਕੇ ਰਾਜੇ ਨੂੰ ਦੇ ਦੀ, ਪਰ ਉਹਨੇ ਆਪ ਦੀ ਬੇਟੀ ਦਾ ਵਿਆਹ ਕਰਨਾ ਤਾਂ ਹੈ ਨਹੀਂ ਤੇਰੇ ਨਾਲ, ਜੇ ਫਿਰ ਵੀ ਤੂੰ ਜਿੱਦ ਕਰਦਾ ਤੂੰ ਲੈ ਕੇ ਚਲਿਆ ਜਾ। ਧੰਨਵਾਦ ਮਾਂ ਨੂੰ ਕਹਿ ਕੇ ਆਪਣੇ ਪਿਤਾ ਦੀ ਕਬਰ ਖੋਦ ਲਈ, ਕਬਰ ਪੁੱਟੀ, ਜਿਸ ਜਗ੍ਹਾ ਤੇ ਉਸਦੇ ਪਿਓ ਦਾ ਸਿਰ ਵਾਲਾ ਭਾਗ ਸੀ, ਹਿੱਸਾ ਸੀ, ਉੱਥੋਂ ਜਦੋਂ ਸਵਾਰ ਕੇ ਸਾਫ਼ ਕਰਦਾ ਹੈ, ਉੱਥੋਂ ਨੂੰ ਸੋਨੇ ਦੀ ਮੋਹਰ ਪ੍ਰਾਪਤ ਹੋ ਜਾਂਦੀ ਹੈ। ਸਾਫ਼ ਸੁਥਰੀ ਕਰਕੇ ਕਾਰੂ ਬਾਦਸ਼ਾਹ ਦੇ ਮਹਿਲਾਂ ਕੋਲ ਜਾ ਕੇ ਜੋ ਬਾਹਰ ਪਹਿਰੇਦਾਰ ਸਨ, ਪਿਆਦੇ ਸਨ, ਉਹਨਾਂ ਨੂੰ ਕਹਿੰਦਾ ਹੈ, ਇਉਂ ਕਰੋ, ਕਾਰੂ ਬਾਦਸ਼ਾਹ ਨੂੰ ਕਹੋ ਕਿ ਤੇਰਾ ਜਵਾਈ ਆਇਆ ਹੈ, ਆਪਣੀ ਬੇਟੀ ਨੂੰ ਤਿਆਰ ਕਰ, ਮੇਰੇ ਨਾਲ ਉਸਦਾ ਨਿਕਾਹ ਕਰ, ਮੈਂ ਉਸ ਨੂੰ ਆਪਣੇ ਘਰ ਲੈ ਕੇ ਜਾਵਾਂਗਾ। ਉਸੇ ਵੇਲੇ ਉਸ ਨੂੰ ਅਰੈਸਟ ਕਰ ਲਿਆ ਗਿਆ, ਸੋਨੇ ਦੀ ਮੋਹਰ ਉਹਦੇ ਤੋਂ ਪਕੜ ਲਈ ਗਈ, ਕਾਰੂ ਬਾਦਸ਼ਾਹ ਦੇ ਸਮਕਸ਼ ਪੇਸ਼ ਕਰ ਦਿੱਤੀ ਗਈ। ਆ ਲੈ, ਔਰ ਇੱਕ ਅੰਤਾਂ ਦਾ ਗਰੀਬ ਲੜਕਾ ਇੱਕ ਸੋਨੇ ਦੀ ਮੋਹਰ ਲੈ ਕੇ ਆਇਆ ਹੈ, ਆ ਲੈ ਸੋਨੇ ਦੀ ਮੋਹਰ, ਔਰ ਦੱਸੋ ਉਸ ਲੜਕੇ ਦਾ ਕੀ ਹਸ਼ਰ ਕਰਨਾ ਹੈ। ਕਹਿੰਦਾ ਇਸ ਨੂੰ ਕੁੱਟ ਕੇ ਮਾਰ ਕੇ ਇਹ ਪੁੱਛੋ, ਜਦੋਂ ਮੈਂ ਸਾਰੇ ਦਾ ਸਾਰਾ ਧਨ ਪਦਾਰਥ ਪਰਜਾ ਤੋਂ ਖੋ ਚੁੱਕਿਆ, ਪਰਜਾ ਦਾ ਖੂਨ ਨਿਚੋੜ ਚੁੱਕਿਆ, ਪਰਜਾ ਵਿੱਚ ਇੱਕ ਸੋਨੇ ਦੀ ਮੋਹਰ ਕਿਵੇਂ ਰਹਿ ਗਈ? ਇਹ ਮੋਹਰ ਲੈ ਕੇ ਕਿੱਥੋਂ ਆਇਆ ਹੈ? ਇਸ ਨੂੰ ਪੁੱਛੋ।
ਜਿੱਥੋਂ ਇਹ ਦੱਸੇ ਕਿ ਲੈ ਕੇ ਆਇਆ, ਉੱਥੇ ਹੋਰ ਵੀ ਮੋਹਰਾਂ ਹੋਣਗੀਆਂ, ਉਹ ਵੀ ਪ੍ਰਾਪਤ ਕਰੋ। ਹੁਣ ਜਦੋਂ ਇਹਨੂੰ ਕੁੱਟਿਆ ਮਾਰਿਆ ਗਿਆ ਔਰ ਇਸ ਨੂੰ ਪੁੱਛਿਆ ਗਿਆ ਮੋਹਰ ਲੈ ਕੇ ਕਿੱਥੋਂ ਆਇਆ, ਹੁਣ ਇਹ ਦੱਸਦਾ ਹੈ ਕਿ ਉਹ ਮੈਂ ਸੋਨੇ ਦੀ ਮੋਹਰ ਜਿੱਥੇ ਮੇਰਾ ਪਿਤਾ ਦਫਨਾਇਆ ਸੀ ਨਾ, ਕਬਰਸਤਾਨ ਦੇ ਵਿੱਚ, ਕਬਰ ਦੇ ਵਿੱਚ ਦਫਨਾਇਆ ਸੀ, ਉਸ ਦੇ ਮੂੰਹ ਦੇ ਵਿੱਚ ਇੱਕ ਸੋਨੇ ਦੀ ਮੋਹਰ ਪਾ ਕੇ ਉਸ ਨੂੰ ਦਫਨਾਉਣਾ ਕੀਤਾ ਸੀ। ਕਹਿੰਦਾ ਇਉਂ ਕਰੋ, ਇਸ ਮੁੰਡੇ ਨੂੰ ਮਾਰ ਦਿਓ, ਕਬਰਸਤਾਨ ਵਿੱਚ ਜਾ ਕੇ ਸਾਰੀਆਂ ਕਬਰਾਂ ਪੱਟ ਲਓ, ਜਿੱਥੇ ਜਿੱਥੇ ਵੀ ਕਬਰਾਂ ਦੇ ਵਿੱਚ ਕੋਈ ਦੱਬੇ ਹੋਏ ਹਨ, ਉਹ ਸਾਰਿਆਂ ਦੇ ਮੂੰਹ ਵਾਲੇ ਭਾਗ ਤੋਂ, ਮੂੰਹ ਵਾਲੇ ਹਿੱਸੇ ਤੋਂ ਇੱਕ ਇੱਕ ਸੋਨੇ ਦੀ ਮੋਹਰ ਮਿਲੂਗੀ, ਉਹ ਵੀ ਲਿਆ ਕੇ ਮੈਨੂੰ ਦਿਓ। ਮੇਰੇ ਜੋ ਉਸ ਵੇਲੇ ਦੇ ਉਸ ਨੂੰ ਗੰਜ ਕਿਹਾ ਕਰਦੇ ਸਨ, ਉਸ ਦੇ ਪਾਸ ਕਿਤਨੀ ਗੰਜ ਮਾਇਆ ਦੇ ਭਰੇ ਹੋਏ ਸਨ। ਹੁਣ ਸਾਧ ਸੰਗਤ 4 ਗੰਜ ਮਾਇਆ ਦੇ ਜੋੜੇ ਹੋਏ ਸਨ। ਉਸਨੇ ਕਬਰਾਂ ਦੇ ਵਿੱਚੋਂ ਵੀ ਸੋਨੇ ਦੀਆਂ ਮੋਹਰਾਂ ਕਢਵਾ ਲਈਆਂ। ਹੁਣ ਜਦੋਂ ਕਿਤੇ ਪਾਪੀ ਜੀਵ ਹੋਵੇ, ਭਗਵਾਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪਣੇ ਬੰਦਿਆਂ ਨੂੰ ਉੱਥੇ ਭੇਜਦਾ ਕਿ ਇਹਦੀ ਮੁਕਤੀ ਕਰੋ। ਜੇ ਤਾਂ ਇਹਦਾ ਸਮਾਂ ਰਹਿੰਦਾ ਤਾਂ ਇਸ ਨੂੰ ਗਿਆਨ ਕਰਵਾ ਕੇ ਇਸ ਦਾ ਮਾਰਗਦਰਸ਼ਨ ਕਰੋ, ਔਰ ਜੇ ਇਸ ਦਾ ਸਮਾਂ ਹੋ ਗਿਆ ਪੂਰਾ ਤਾਂ ਇਸ ਦਾ ਵੱਧ ਕਰ ਦਿਓ, ਇਸ ਨੂੰ ਖਤਮ ਕਰ ਦਿਓ, ਇਸ ਦਾ ਕਤਲ ਕਰ ਦਿਓ, ਇਸ ਦਾ ਭਾਰ ਦੁਨੀਆ ਤੋਂ ਘਟਾ ਦਿਓ। ਇਵੇਂ ਕਿਵੇਂ ਕਰਕੇ ਜਦੋਂ ਸਤਿਗੁਰੂ ਉੱਥੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਾਰੂ ਬਾਦਸ਼ਾਹ ਦੇ ਇਲਾਕੇ ਵਿੱਚ, ਏਰੀਏ ਵਿੱਚ, ਪ੍ਰਜਾ ਵਿੱਚ ਪਹੁੰਚੇ ਹੈ, ਉਸ ਨੂੰ ਦੇਖ ਕੇ ਸੱਚੇ ਪਾਤਸ਼ਾਹ ਸਾਥੀ ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਠੀਕਰੀਆਂ ਇਕੱਠੀਆਂ ਕਰਨ ਲੱਗ ਗਏ। ਰੋਡ ਵੱਟੇ ਸਟੋਨ ਵਗੈਰਾ ਇਕੱਠੇ ਕਰ ਰਹੇ ਹਨ। ਕਾਰੂ ਬਾਦਸ਼ਾਹ ਆਪਣੀਆਂ ਫੌਜਾਂ ਦੇ ਨਾਲ ਲੰਘਿਆ ਜਾ ਰਿਹਾ ਹੈ। ਪੁੱਛਦਾ, ਉਹ ਫਕੀਰੋ ਕੀ ਕਰਦੇ ਹੋ ਤੁਸੀਂ? ਉਹ ਕਹਿੰਦੇ, ਤੂੰ ਜਾ ਆਪਦਾ ਕੰਮ ਕਰ, ਤੇਰੇ ਵੱਸ ਦੀ ਗੱਲ ਨਹੀਂ, ਤੂੰ ਜਿਹੜੇ ਕੰਮ ਚੱਲੇ ਤੂੰ ਉਹ ਕੰਮ ਕਰ। ਕਹਿੰਦਾ, ਨਹੀਂ ਮੈਨੂੰ ਦੱਸੋ ਤੁਸੀਂ ਕਰਦੇ ਕੀ ਹੋ ਪਏ ਇੱਥੇ? ਉਹ ਕਹਿਣ ਲੱਗੇ ਸੀ, ਅਸੀਂ ਆਪ ਦਾ ਧਨ ਪਦਾਰਥ ਇਕੱਤਰਤ ਕਰ ਰਹੇ ਹਾਂ। ਕਹਿੰਦਾ, ਜੀ ਧਨ ਪਦਾਰਥ ਕਿਉਂ? ਕਹਿੰਦੇ, ਇਹ ਧਨ ਪਦਾਰਥ ਅਸੀਂ ਨਾਲੇ ਲੈ ਕੇ ਜਾਣਾ, ਇਹ ਧਨ ਪਦਾਰਥ ਅਸੀਂ ਲੈ ਕੇ ਜਾਵਾਂਗੇ ਜਦੋਂ ਮਰ ਗਏ ਨਾ, ਇਹ ਠੀਕਰੀਆਂ ਸਾਡਾ ਧਨ ਪਦਾਰਥ ਹੈ, ਨਾਲ ਲੈ ਕੇ ਜਾਵਾਂਗੇ। ਹੱਸਦਾ ਮੁਸਕਰਾਉਂਦਾ, ਕਹਿੰਦੇ ਇਹ ਕਿਵੇਂ ਜਾ ਸਕਦਾ ਨਾਲ? ਕਹਿੰਦੇ, ਚੰਗਾ ਤੈਨੂੰ ਬਹੁਤਾ ਕੁਛ ਨਹੀਂ, ਕਹਿੰਦੇ ਆ ਇੱਕ ਸੂਈ ਸਾਂਭ ਕੇ ਰੱਖ, ਸੂਈ ਰੱਖ ਤੂੰ ਸਾਂਭ ਕੇ ਆਪ ਦੇ ਪਾਸ, ਕੱਪੜੇ ਸਿਉਣ ਵਾਲੀ ਸੂਈ। ਕਹਿੰਦਾ, ਜੀ ਇਹਦਾ ਮੈਂ ਕੀ ਕਰਾਂਗਾ? ਕਹਿੰਦਾ, ਜਦੋਂ ਅਸੀਂ ਇਸ ਸੰਸਾਰ ਤੋਂ ਜਾਵਾਂਗੇ ਤੂੰ ਵੀ ਜਾਵੇਂਗਾ, ਅਗਲੇ ਜਨਮ ਦੇ ਵਿੱਚ ਜਦੋਂ ਆਪਾਂ ਇਕੱਠੇ ਹੋਵਾਂਗੇ ਨਾ, ਤੇਰੇ ਕੋਲੋਂ ਆ ਸੂਈ ਲਵਾਂਗੇ ਅਸੀਂ। ਉਦੋਂ ਤਾਂ ਹੰਕਾਰੀ ਸੀ, ਜਿਵੇਂ ਆਪਾਂ ਗੁਰਬਾਣੀ ਦੇ ਅਰਥ ਪੜ੍ਹ ਰਹੇ ਹਾਂ। ਸਾਧ ਸੰਗਤ ਜੀ, ਆਪਾਂ ਹੁਣੇ ਅਰਥ ਪੜ੍ਹੇ ਹੈ ਨਾ, ਅਨਿਤਯ ਵਿਤੰ ਅਨਿਤਯ ਚਿਤੰ ਅਨਿਤਯ ਆਸਾ ਬਹੁਵਿਧ ਪ੍ਰਕਾਰੰ। ਬੜੀਆਂ ਆਸ਼ਾ ਲਾਈ ਬੈਠਾ ਗਏ ਧਨ ਪਦਾਰਥ ਇਕੱਤਰਤ ਕਰਨ ਦੀਆਂ। ਅਨਿਤਯ ਹੇਤੰ ਅਹੰ ਬੰਧੰ ਭਰਮ ਮਾਇਆ ਮਲਣੰ ਵਿਕਾਰੰ। ਮਾਇਆ ਇਕੱਤਰਤ ਕਰਨ ਦੇ ਵਾਸਤੇ ਅਨੇਕਾਂ ਮਾੜੇ ਤੋਂ ਮਾੜੇ ਕਰਮ ਕਰਨ ਲੱਗਿਆ ਵੀ ਨਿਰਸੰਕੋਚ ਹੋ ਜਾਇਆ ਕਰਦਾ ਹੈ। ਫਿਰੰਤ ਜੋ ਅਨੇਕ ਜਠਰਾਗਨ ਨਹਿ ਸਿਮਰੰਤ ਮਲੀਨ ਬੁੱਧਿਅੰ। ਐਨੀ ਮਲੀਨ ਤੇਰੀ ਬੁੱਧ, ਤੇਰੀ ਮੱਤ ਹੋ ਚੁੱਕੀ ਹੈ, ਜਿੰਨਾ ਮਰਜੀ ਤੈਨੂੰ ਗਿਆਨ ਕਰਵਾ ਦਈਏ ਤੇਰੇ ਤੇ ਗਿਆਨ ਦਾ ਅਸਰ ਹੀ ਨਹੀਂ ਹੋ ਰਿਹਾ। ਜਦੋਂ ਇਸ ਤਰ੍ਹਾਂ ਦੇ ਨਾਲ ਕਿਹਾ, ਘਰੇ ਚਲਿਆ ਗਿਆ। ਘਰੇ ਜਾ ਕੇ ਘਰ ਵਾਲੀ ਨੂੰ ਕਹਿੰਦਾ, ਭਾਗਵਾਨੇ ਅੱਜ ਤੈਨੂੰ ਸੰਤ ਮਿਲੇ ਸੀ, ਫਕੀਰ ਲੋਕ। ਕਹਿੰਦੀ, ਕੀ ਕਹਿੰਦੇ? ਕਹਿੰਦਾ, ਸੂਈ ਸਾਂਭ ਕੇ ਰੱਖ ਲੈ, ਕਹਿੰਦੇ ਅਗਲੇ ਜਨਮ ਦੇ ਵਿੱਚ ਅਸੀਂ ਤੇਰੇ ਤੋਂ ਸੂਈ ਲਵਾਂਗੇ। ਕਹਿੰਦੀ, ਮਹਾਰਾਜ ਗੱਲ ਸੁਣੋ, ਅਗਲੇ ਜਨਮ ਦੇ ਵਿੱਚ ਸਾਡਾ ਸਰੀਰ ਨਹੀਂ ਨਾਲ ਜਾਣਾ, ਤੁਸੀਂ ਸੂਈ ਨਾਲ ਕਿਵੇਂ ਲੈ ਜਾਓਗੇ? ਇਹ ਸਰੀਰ ਅਸੀਂ ਬੋਰੋ ਕਰਕੇ ਲੈ ਕੇ ਆਏ ਹੋਏ ਹਾਂ ਭਗਵਾਨ ਕੋਲੋਂ, ਕੇਵਲ ਨਾਮ ਜਪਣ ਵਾਸਤੇ, ਭਜਨ ਬੰਦਗੀ ਸਿਮਰਨ ਕਰਨ ਵਾਸਤੇ, ਦਾਨ ਪੁੰਨ ਕਰਨ ਵਾਸਤੇ, ਲੋੜਵੰਦ ਦੀ ਮਦਦ ਕਰਨ ਵਾਸਤੇ। ਇਹ ਸਰੀਰ ਤੋਂ ਕਾਰਜ ਕਰਵਾ ਕੇ ਜਦੋਂ ਅਸੀਂ ਵਾਪਸ ਜਾਣਾ, ਕੇਵਲ ਆਤਮਾ ਨੇ ਜਾਣਾ, ਸਰੀਰ ਦਾ ਤਾਂ ਇੱਥੇ ਫਨਾਹ ਹੋ ਜਾਣਾ ਹੈ, ਖਤਮ।
ਇਸ ਸੂਈ ਦੇ ਬਦਲੇ ਸਵਾਮੀ ਜੀ ਤੈਨੂੰ ਕੋਈ ਗਿਆਨ ਕਰਾਉਣਾ ਚਾਹੁੰਦੇ ਸਨ। ਕੀ ਤੂੰ ਗਿਆਨ ਪ੍ਰਾਪਤ ਕੀਤਾ? ਜਿਹੜਾ ਗਿਆਨ ਉਹ ਸੰਤ ਲੋਕ ਕਰਵਾਉਣਾ ਚਾਹੁੰਦੇ ਸਨ। ਕਹਿੰਦਾ ਮੈਨੂੰ ਤਾਂ ਸਮਝੇ ਕੋਈ ਨਹੀਂ ਆਈ। ਸੰਤ ਕੀ ਗਿਆਨ ਕਰਵਾਉਣਾ ਚਾਹੁੰਦੇ ਸਨ? ਕਹਿੰਦੀ ਸੰਤਾਂ ਦੀ ਜਿਵੇਂ ਬਜ਼ੁਰਗ ਲੋਕ ਕਹਿੰਦੇ ਜਾਂ ਪੁਰਾਤਨ ਗ੍ਰੰਥਾਂ 'ਚ ਲਿਖਿਆ ਹੋਇਆ ਹੈ, ਕੇਲੇ ਕੇ ਪਾਤ ਪਾਤ ਮੇਂ ਪਾਤ, ਇਵੇਂ ਕਿਵੇਂ ਕਹਿੰਦੇ ਸਾਧੂ ਸੰਤਾਂ ਕੀ ਬਾਤ ਬਾਤ ਮੇਂ ਬਾਤ। ਉਹਨਾਂ ਦੀਆਂ ਗੁੱਝੀਆਂ ਰਮਜਾਂ ਹੁੰਦੀਆਂ ਨੇ। ਸਤਿਗੁਰ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਇਹ ਦੁਨੀਆਦਾਰ, ਇਹ ਸੰਸਾਰੀ ਲੋਕ ਕੀ ਸਮਝ ਸਕਦੇ ਹਨ, ਕੀ ਜਾਣ ਸਕਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਤੂੰ ਤੇ ਤੇਰੇ ਪਿਆਰੇ ਕਿਹੜਿਆਂ ਰੰਗਾਂ ਦੇ ਵਿੱਚ ਵਰਤ ਰਹੇ ਹਨ, ਕਿਹੜਿਆਂ ਰੰਗਾਂ ਵਿੱਚ ਵਰਤ ਕੇ ਦੁਨੀਆ ਨੂੰ ਤਾਰ ਰਹੇ ਹਨ, ਦੁਨੀਆ ਦਾ ਭਲਾ ਕਰ ਰਹੇ ਹਨ। ਦੁਨੀਆ ਨੂੰ ਤਾਂ ਇਹਨਾਂ ਬਚਨਾਂ ਦੀ ਸੋਝੀ ਅਤੇ ਸਮਝ ਵੀ ਨਹੀਂ ਪੈਂਦੀ ਹੈ। ਜਦੋਂ ਇਸ ਤਰ੍ਹਾਂ ਦੇ ਨਾਲ ਉਸਦੀ ਘਰਵਾਲੀ ਨੇ ਕਹਿਣਾ ਕੀਤਾ, ਹੁਣ ਹੈਰਾਨ ਹੋ ਗਿਆ। ਕਹਿੰਦਾ ਮੈਂ ਸੰਤਾਂ ਨੂੰ ਕਿਵੇਂ ਲੱਭਾਂਗਾ, ਕਿੱਥੇ ਲੱਭਾਂਗਾ, ਕਿਵੇਂ ਪ੍ਰਾਪਤੀ ਹੋ ਜਾਏਗੀ ਮੈਨੂੰ ਸੰਤਾਂ ਦੀ? ਕਹਿੰਦੀ ਲੱਭ, ਇਹਨਾਂ ਗੱਲਾਂ ਦੇ ਵਿੱਚ, ਇਹਨਾਂ ਬਚਨਾਂ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਗੱਲ ਹੈ, ਕੋਈ ਬਾਤ ਹੈ। ਤੂੰ ਐਵੇਂ ਸੰਤਾਂ ਦੇ ਕੋਲੋਂ ਪੁੱਛਿਆ ਨਹੀਂ, ਤੈਨੂੰ ਪੁੱਛਣਾ ਚਾਹੀਦਾ ਸੀ। ਹੁਣ ਜਦੋਂ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਕਹਿਣਾ ਕੀਤਾ ਤਾਂ ਹੁਣ ਬਹੁਤ ਜ਼ਿਆਦਾ ਹੈਰਾਨ ਵੀ ਹੈ, ਪਰੇਸ਼ਾਨ ਵੀ ਹੈ, ਉਦਾਸ ਵੀ ਹੈ ਕਿ ਮੈਂ ਸੰਤਾਂ ਤੋਂ ਪੁੱਛਿਆ ਕਿਉਂ ਨਾ। ਹੁਣ ਲੱਭਦਾ ਭਾਲਦਾ ਫਿਰਦਾ। ਫਿਰ ਸੰਤ ਉੱਥੇ ਚਲੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਵੇਂ ਕਿਵੇਂ ਰੋੜ ਚੁਗ ਰਹੇ ਸਨ, ਪੱਥਰ ਚੁਗ ਰਹੇ ਸਨ। ਫਿਰ ਜਾ ਕੇ ਕਹਿੰਦਾ ਮਹਾਪੁਰਸ਼ੋ ਤੁਸੀਂ ਫਿਰ ਪੱਥਰ ਚੁਗ ਰਹੇ ਹੋ, ਇਹ ਕਿਉਂ? ਕਹਿੰਦੇ ਅਸੀਂ ਨਾਲ ਲੈ ਕੇ ਜਾਵਾਂਗੇ, ਤੂੰ ਸੂਈ ਸੰਭਾਲ ਕੇ ਰੱਖ ਲਈ ਸਾਡੀ। ਕਹਿੰਦਾ ਮਹਾਰਾਜ ਮਾਫ ਕਰਨਾ, ਮੇਰੀ ਘਰਵਾਲੀ ਦੱਸਦੀ ਹੈ ਕਿ ਜਦੋਂ ਸਾਡੇ ਨਾਲ ਸਾਡਾ ਸਰੀਰ ਹੀ ਨਹੀਂ ਜਾਣਾ ਫਿਰ ਆਪਾਂ ਇਹ ਸੂਈ ਕਿਵੇਂ ਲਿਜਾ ਸਕਦੇ ਹਾਂ? ਉਸੇ ਵੇਲੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਾਡਾ ਸਰੀਰ ਸਾਡੇ ਨਾਲ ਨਹੀਂ ਜਾਣਾ ਫਿਰ ਜੋ ਤੂੰ ਗਰੀਬਾਂ ਦਾ ਖੂਨ ਚੂਸ ਰਿਹਾ ਹੈ, ਆਪਣੀ ਪ੍ਰਜਾ ਤੇ ਟੈਕਸ ਲਗਾ ਰਿਹਾ ਹੈ, ਕਿ ਇਹ ਧਨ ਪਦਾਰਥ ਤੇਰੇ ਨਾਲ ਚਲਿਆ ਜਾਊਗਾ, ਇਹ ਪੈਸਾ ਤੇਰੇ ਨਾਲ ਚਲਿਆ ਜਾਵੇਗਾ? ਇਹ ਧਨ ਪਦਾਰਥ ਇਤਨਾ ਕਿਸੇ ਗਰੀਬ ਕੋਲ ਤੂੰ ਇੱਕ ਪੈਸਾ ਛੱਡ ਕੇ ਰਾਜੀ ਨਹੀਂ, ਸਭਨਾਂ ਨੂੰ ਅੰਤਾਂ ਦੇ ਦੁੱਖ ਦੇ ਰਿਹਾ ਹੈ, ਕੀ ਇਹ ਪੈਸਾ ਤੇਰੇ ਨਾਲ ਜਾਵੇਗਾ? ਹੁਣ ਮਨ ਉਦਾਸ ਹੋ ਗਿਆ। ਉਹ ਮਨਾ, ਇਹ ਤਾਂ ਸੰਤ ਲੋਕ, ਫਕਰ ਫਕੀਰ ਲੋਕ ਮੈਨੂੰ ਹੀ ਤਾਰਨ ਵਾਸਤੇ ਆਏ ਹਨ, ਮੈਨੂੰ ਹੀ ਗਿਆਨ ਕਰਵਾ ਰਹੇ ਹਨ। ਹੁਣ ਕਹਿੰਦਾ ਮਹਾਰਾਜ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਰਪਾ ਕਰਕੇ ਮੈਨੂੰ ਗਿਆਨ ਕਰਵਾਓ ਜੀ। ਮੈਂ ਤਾਂ ਹੁਣ ਜੋ ਕੁਛ ਕੀਤਾ ਗੁਰਮਰਿਆਦਾ ਤੋਂ ਬਾਹਰ ਰਹਿ ਕੇ ਕੀਤਾ। ਮੈਂ ਤਾਂ ਕਿਸੇ ਫਕਰ ਫਕੀਰ ਦੇ ਬਚਨ ਕਮਾਏ ਨਹੀਂ, ਸੰਤਾਂ ਦੀ ਆਗਿਆ ਮੰਨੀ ਨਹੀਂ। ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰਮ ਚੰਗਾ ਹੈ ਔਰ ਕੀ ਕਰਮ ਮਾੜਾ ਹੈ, ਕਿਰਪਾ ਕਰਕੇ ਗਿਆਨ ਕਰਾਓ। ਹੁਣ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਾਰੂ ਬਾਦਸ਼ਾਹ ਬੇਨਤੀਆਂ ਕਰਦਾ ਹੈ, ਸੱਚੇ ਪਾਤਸ਼ਾਹ ਕਾਰੂ ਬਾਦਸ਼ਾਹ ਨੂੰ ਗਿਆਨ ਕਰਾਉਂਦੇ ਨੇ, ਇਹ ਧਨ ਪਦਾਰਥ ਉਹਨਾਂ ਕੁ ਰੱਖ ਲੈ ਜਿੰਨਾ ਕੁ ਤੇਰੇ ਵਾਸਤੇ ਜਾਇਜ਼ ਹੈ, ਜਿੰਨਾ ਨਜਾਇਜ਼ ਤਰੀਕਿਆਂ ਦੇ ਨਾਲ ਤੂੰ ਇਕੱਠਾ ਕਰਨਾ ਕੀਤਾ ਹੈ, ਇਹ ਸਾਰੇ ਦਾ ਸਾਰਾ ਤੈਨੂੰ ਗਰੀਬ ਪ੍ਰਜਾ ਵਿੱਚ ਵੰਡ ਦੇਣਾ ਚਾਹੀਦਾ ਹੈ। ਹੁਣ ਕਿਹਾ ਤਾਂ ਇਹਨੇ ਵੀ ਇਹੀ ਸੀ ਕਿ ਲਿਆਓ ਤੁਹਾਡੇ ਅਕਾਊਂਟ ਖੁਲਾਓ, ਜ਼ੀਰੋ ਬੈਲੈਂਸ ਤੇ ਤੁਸੀਂ ਅਕਾਊਂਟ ਖੁਲਾਓ ਤੇ ਮੈਂ ਤੁਹਾਨੂੰ 5-5 ਹਜ਼ਾਰ ਰੁਪਇਆ ਪਾਇਆ ਕਰਾਂਗਾ, ਮੇਰੇ ਪਾਸ ਬਹੁਤ ਪੈਸਾ, ਮੈਂ ਤੁਹਾਡੇ ਅਕਾਊਂਟ ਭਰ ਦਿਆਂਗਾ। ਖਲਵਾਏ ਤਾਂ ਇਹਨੇ ਚਾਲ ਨਾਲ ਸੀ ਕਿ ਲੋਕੀ ਆਪ ਦਾ ਪੈਸਾ ਵੀ ਵਿੱਚ ਰੱਖ ਲੈਣਗੇ, ਮੈਨੂੰ ਪਤਾ ਲੱਗ ਜੂ ਇਹਨਾਂ ਖਾਤਿਆਂ 'ਚ ਕਿੰਨਾ ਪੈਸਾ ਆ ਗਿਆ। ਦੂਜੇ ਖਾਤੇ ਸਨ ਜਿਹੜੇ, ਉਹਨਾਂ ਸਾਰਿਆਂ ਨੂੰ ਅਟੈਚ ਕਰ ਲਿਆ ਨਾਲ, ਕਿਉਂਕਿ ਪੈਨ ਕਾਰਡ ਲੱਗ ਗਏ, ਸਾਰਿਆਂ ਦੀ ਸਟੇਟਮੈਂਟ ਦਾ ਪਤਾ ਲੱਗ ਗਿਆ। ਕਦੇ ਨੋਟਬੰਦੀ ਕਰਕੇ ਪੈਸਾ ਇਕੱਠਾ ਕਰੀ ਜਾਂਦਾ ਹੈ, ਕਦੇ GST ਲਾ ਕੇ ਪੈਸਾ ਇਕੱਠਾ ਕਰੀ ਜਾਂਦਾ ਹੈ। ਇਹ ਵੀ ਕਾਰੂ ਬਾਦਸ਼ਾਹ ਤੋਂ ਘੱਟ ਨਹੀਂ ਹੈ। ਇਹਦੇ ਵਾਸਤੇ ਵੀ ਸਤਿਗੁਰੂ ਇਹੀ ਕਹਿੰਦੇ ਨੇ, ਫਿਰੰਤ ਜੋਨ ਅਨੇਕ ਜਠਰਾਗਨ ਨੈ ਸਿਮਰੰਤ ਮਲੀਨ ਬੁੱਧਿਅੰ, ਹੇ ਗੋਬਿੰਦ ਕਰਤ ਮਿਆ ਨਾਨਕ ਪਤਤ ਉਦਾਹਰਣ ਸਾਧ ਸੰਗ ਮੈਂ। ਹੇ ਸੱਚੇ ਪਾਤਸ਼ਾਹ
ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਜੀਵ ਨੂੰ, ਹੰਕਾਰੀ ਜੀਵ ਨੂੰ, ਕ੍ਰੋਧੀ ਜੀਵ ਨੂੰ, ਲਾਲਚੀ ਜੀਵ ਨੂੰ, ਵਿਸ਼ੇ ਵਿਕਾਰ ਭੋਗਣ ਵਾਲੇ ਜੀਵ ਨੂੰ, ਜਿਹਦੇ ਤੇ ਰਜੋਗੁਣ, ਤਮੋਗੁਣ, ਸਤੋਗੁਣ ਦਾ ਬੜਾ ਭਾਰੀ ਅਸਰ ਹੈ, ਇਸ ਜੀਵ ਨੂੰ ਪੂਰਨ ਮਹਾਪੁਰਸ਼ ਦੀ ਸੰਗਤ ਹੋ ਜਾਏ। ਬਾਣੀ 'ਚ ਲਿਖਿਆ, ਹੇ ਗੋਬਿੰਦ ਕਰਤ ਮਇਆ। ਮਇਆ ਦਾ ਮਤਲਬ ਹੈ ਕਿਰਪਾ ਕਰ ਦਿਓ, ਮਰਸੀਫੁਲ ਹੋ ਜਾਓ। ਮਹਾਰਾਜ ਜੀ ਕਿਰਪਾ ਕਰਕੇ ਦਇਆ ਕਰ ਦਿਓ, ਦਇਆ ਦੇ ਘਰ ਵਿੱਚ ਆ ਜਾਓ। ਨਾਨਕ ਪਤਤ ਉਦਾਹਰਣ ਸਾਧ ਸੰਗ ਮੈਂ, ਸਾਧੂਆਂ ਦੀ ਸੰਗਤ ਪ੍ਰਾਪਤ ਹੋ ਜਾਏ, ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਏ, ਕੋਈ ਰੱਬ ਦਾ ਪਿਆਰਾ ਗਿਆਨ ਕਰਵਾ ਦੇ। ਐ ਪਾਪੀ ਜੀਵ, ਕਿਹੜੇ ਵਿਸ਼ੇ ਰਸਾਂ ਦੇ ਵਿੱਚ ਤੂੰ ਤੁਰਿਆ ਫਿਰਦਾ ਹੈ? ਹੰਕਾਰ ਨੂੰ ਛੋੜ ਦੇ, ਕਿਉਂਕਿ ਮਾਨ ਮੁਨੀ ਮਨਵਰ ਗਲੇ, ਮਾਨ ਸਭੈ ਕੋ ਖਾਏ। ਇਹ ਮਾਨ ਖਾ ਜਾਂਦਾ ਹੈ, ਇਹ ਮਾਨ ਨਸ਼ਟ ਕਰ ਦਿੰਦਾ ਹੈ ਇਸ ਜੀਵ ਨੂੰ। ਇਸ ਮਾਨ ਤੋਂ ਅਸੀਂ ਬਚ ਸਕੀਏ, ਇਸ ਕਰਕੇ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਦੇ ਰਹੀਏ, ਸੱਚੇ ਪਾਤਸ਼ਾਹ ਦਇਆ ਕਰੋ, ਸਾਡੇ 'ਚ ਹੰਕਾਰ ਨਾ ਆਵੇ, ਅਸੀਂ ਕਦੇ ਕਿਸੇ ਦਾ ਦਿਲ ਨਾ ਦੁਖਾਈਏ, ਸਾਨੂੰ ਕੋਈ ਦੁਨੀਆ ਦੇ ਉੱਤੇ ਕ੍ਰੋਧੀ ਜਾਂ ਲਾਲਚੀ ਜਾਂ ਦੁੱਖ ਦੇਣ ਵਾਲਾ ਕਰਕੇ ਯਾਦ ਨਾ ਕਰੇ, ਸਗੋਂ ਜੇ ਸਾਨੂੰ ਕੋਈ ਯਾਦ ਕਰੇ ਤਾਂ ਇਹ ਕਵੇ ਕਿ ਬੜੇ ਪਰਉਪਕਾਰੀ ਹੋਇਆ ਕਰਦੇ ਸਨ। ਜਿਵੇਂ ਆਪਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਯਾਦ ਕਰਦੇ ਹਾਂ, ਐਸਾ ਰਾਜ ਸੀ ਉਸ ਦਾ। ਐ ਜਦੋਂ ਬਾਜ਼ਾਰ ਦੇ ਵਿੱਚ ਦੀ ਲੰਘੇ ਜਾ ਰਹੇ ਸਨ, ਇੱਕ ਮਾਈ ਉਹਨਾਂ ਦੇ ਪੈਰ ਦੇ ਨਾਲ ਤਵਾ ਘਸਾਉਣ ਲੱਗ ਗਈ, ਰੋਟੀਆਂ ਪਕਾਉਣ ਵਾਲਾ ਤਵਾ। ਉਹ ਕਹਿੰਦੇ, ਮਾਈ ਤੂੰ ਬਜ਼ੁਰਗ ਹੈ, ਮੈਂ ਤੇਰੇ ਪੈਰੀ ਹੱਥ ਲਾਉਣਾ ਹੈ, ਤੂੰ ਮੇਰੇ ਪੈਰਾਂ ਨੂੰ ਹੱਥ ਕਿਉਂ ਲਾਉਣੀ ਹੈ? ਕਹਿੰਦੀ, ਪੈਰੀ ਹੱਥ ਤਾਂ ਮੈਂ ਕੀ ਲਾਉਣੀ ਆ, ਮੈਨੂੰ ਤਾਂ ਇਹ ਪਤਾ ਲੱਗਿਆ ਲੋਕ ਕਹਿੰਦੇ ਤੂੰ ਤਾਂ ਪਾਰਸ ਹੈ, ਮੈਂ ਆਪਦਾ ਲੋਹੇ ਦਾ ਟੁੱਟਿਆ ਜਿਹਾ ਤਵਾ ਤੇਰੇ ਪੈਰਾਂ ਨਾਲ ਘਸਾ ਰਹੀ ਹਾਂ ਕਿ ਜੇ ਤੂੰ ਪਾਰਸ ਹੈ ਤਾਂ ਮੇਰੇ ਲੋਹੇ ਦਾ ਤਵਾ ਸੋਨੇ ਦਾ ਬਣ ਜਾਏ। ਮੈਂ ਤਾਂ ਤੇਰੇ ਪੈਰਾਂ ਨੂੰ ਤਾਂ ਘਸਾਉਣੀ ਆ ਕਿ ਲੋਕ ਕਹਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ, ਪਾਰਸ 7 ਧਾਤਾਂ ਤੋਂ ਜਿਹੜੀ ਮਰਜ਼ੀ ਨੂੰ ਛੂਹ ਲਵੇ, ਜਦੋਂ ਟੱਚ ਕਰਦੀਆਂ ਨੇ ਸੋਨਾ ਬਣਾ ਦਿੰਦੀਆਂ ਨੇ। ਕਹਿੰਦੇ ਮਾਈ ਦਾ ਤਵਾ ਫੜ ਲਓ, ਤਵੇ ਦੇ ਬਦਲੇ ਨੂੰ ਸੋਨਾ ਦੇ ਦਿਓ। ਸੋਨੇ ਦੀਆਂ ਮੋਹਰਾਂ ਲੈ ਕੇ ਜਦੋਂ ਜਾਣ ਲੱਗੇ, ਕਹਿੰਦੀ, ਐ ਰਾਜਨ, ਐ ਮਹਾਰਾਜਾ ਰਣਜੀਤ ਸਿੰਘ ਸਾਹਿਬ, ਕਿਰਪਾ ਕਰਕੇ ਮੇਰਾ ਤਵਾ ਵੀ ਮੋੜ ਦਿਓ, ਮੈਂ ਰੋਟੀਆਂ ਕਾਹਦੇ ਤੇ ਪਕਾਵਾਂਗੀ। ਐਸੇ ਐਸੇ ਰਾਜੇ, ਪਰਉਪਕਾਰੀ ਰਾਜੇ, ਜਦੋਂ ਕਾਲ ਪੈ ਜਾਂਦਾ, ਹੁਣ ਦਾ ਰਾਜਾ ਤਾਂ ਕਾਲ ਪਾ ਰਿਹਾ ਹੈ ਨਾ ਪਰਜਾ ਦੇ ਵਿੱਚ, ਉਦੋਂ ਜੇ ਕਿਤੇ ਕੁਦਰਤੀ ਕਾਲ ਪੈ ਗਿਆ ਤਾਂ ਰਾਜਾ ਭੰਡਾਰੇ ਖੋਲ ਦਿੰਦਾ ਹੈ। ਅੱਜ ਦਾ ਰਾਜਾ ਭੰਡਾਰਿਆਂ ਨੂੰ ਜਿੰਦੇ ਲਾ ਦਿੰਦਾ ਹੈ ਔਰ ਪਰਜਾ ਨੂੰ ਦੁੱਖ ਦਿੰਦਾ ਹੈ। 90 ਸਾਲ ਦੇ ਬਜ਼ੁਰਗ, ਇੱਕ ਮੈਂ ਅੱਜ ਫੋਟੋ ਦਿਖਾ ਰਿਹਾ ਸੀ ਮੈਨੂੰ ਆਪਣਾ ਜਥੇਦਾਰ ਬੰਟੀ ਭਾਈ ਸਾਹਿਬ, ਇਹ ਦਿਖਾ ਰਹੇ ਸਨ, ਇੱਕ ਛੋਟਾ ਜਿਹਾ ਬਾਲਕ ਨਾਲ ਹੈ 2-3 ਸਾਲ ਦਾ, ਔਰ ਉਹਨਾਂ ਦੇ ਨੌਜਵਾਨ ਮਾਤਾ ਪਿਤਾ 30 ਸਾਲ ਦੇ ਕਹਿ ਲਓ, 25 ਸਾਲ ਦੇ ਕਹਿ ਲਓ, ਉਹ ਵੀ ਉਸ ਯੁੱਧ ਦੇ ਮੋਰਚੇ ਵਿੱਚ ਕਹਿ ਲਓ, ਕਿਸਾਨ ਮੋਰਚੇ ਵਿੱਚ ਕਹਿ ਲਓ, ਉਹ ਉੱਥੇ ਹਾਜ਼ਰ। ਇੱਕ ਬੱਚਾ ਦਿਖਾਇਆ ਇਹਨਾਂ ਨੇ, 13 ਦਿਨ ਹੋ ਗਏ, ਕਹਿੰਦਾ ਸੁੱਤਾ ਨਹੀਂ, ਉਦੋਂ ਹੀ ਸੌਵਾਂਗੇ ਜਦੋਂ ਅਸੀਂ ਆਪਣਾ ਹੱਕ ਲੈ ਲਿਆ। ਪਾਪੀ ਦੇ ਉੱਤੇ ਕੋਈ ਅਸਰ ਹੀ ਨਹੀਂ ਹੋ ਰਿਹਾ, ਐਨੇ ਤਸ਼ੱਦਦ। ਆ ਪਰਸੋਂ ਮੀਂਹ ਪੈ ਰਿਹਾ ਸੀ ਤਾਂ ਜਿਹੜੇ ਗੱਦੇ ਥੱਲੇ ਵਿਛਾਏ ਹੋਏ ਸਨ, ਉਹ ਗੱਦੇ ਹੀ ਉੱਪਰ ਕਰਕੇ ਉਹ ਮੀਂਹ ਤੋਂ ਬਚ ਰਹੇ ਸਨ, ਤੇ ਉਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਸੋ ਆਪਾਂ ਜਦੋਂ ਵੀ ਅਰਦਾਸ ਕਰਨੀ, ਆ ਹੁਣ ਆਪਾਂ ਅਰਦਾਸ ਕਰਨੀ ਹੈ, ਜਾਂ ਸਵੇਰੇ ਤੁਸੀਂ ਨਿਤਨੇਮ ਨਾਲ ਕਰਦੇ ਹੋ, ਸ਼ਾਮ ਨੂੰ ਨਿਤਨੇਮ ਕਰਕੇ ਅਰਦਾਸ ਕਰਦੇ ਹੋ, ਤਾਂ ਕਿਸਾਨ ਭਰਾਵਾਂ ਦੀ ਔਰ ਮਜ਼ਦੂਰਾਂ ਦੀ, ਆਪਾਂ ਸਾਰੇ ਮਜ਼ਦੂਰ ਹਾਂ, ਕਿਰਤ ਕਰਦੇ ਹਾਂ, ਰੋਟੀ ਖਾਂਦੇ ਹਾਂ, ਮਜ਼ਦੂਰਾਂ ਦੀ, ਕਿਰਤੀਆਂ ਦੀ, ਕਿਸਾਨਾਂ ਦੀ, ਸਭਨਾਂ ਨੇ ਰੋਜ਼ ਅਰਦਾਸ ਕਰਨੀ ਹੈ, ਹੇ ਸੱਚੇ ਪਾਤਸ਼ਾਹ ਕਿਸਾਨ ਭਰਾਵਾਂ ਦਾ ਬਣਦਾ ਹੱਕ ਮਿਲੇ। ਕਿਉਂਕਿ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ, ਅਸੀਂ ਉਹਨਾਂ ਦੇ ਖੇਤ ਵਿੱਚ ਜਾ ਕੇ ਜੇ ਬਹੁਤਾ ਨਹੀਂ ਤਾਂ ਸਾਗ ਤਾਂ ਤੋੜ ਹੀ ਲਿਆਉਂਦੇ ਹਾਂ, ਇੰਨਾ ਕੁ ਤਾਂ ਅਸੀਂ ਕਰਦੇ ਹੀ ਹਾਂ, ਫਿਰ ਵੀ ਅਸੀਂ ਉਹਨਾਂ ਦਾ ਖਾਂਦੇ ਹਾਂ, ਇੰਨਾ ਕੁ ਤਾਂ ਅਰਦਾਸ ਤਾਂ ਕਰ ਹੀ ਸਕਦੇ ਆ ਨਾ। ਜਦੋਂ ਅਸੀਂ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਸਾਰਿਆਂ ਦਾ ਭਲਾ ਮੰਗਦੇ ਹਾਂ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਅਸੀਂ ਸਭ ਦਾ ਹੀ ਭਲਾ ਮੰਗਦੇ ਹਾਂ ਅਤੇ ਮੰਗਦੀ ਰਹਿਣਾ ਚਾਹੀਦਾ ਹੈ।
ਬਾਕੀ ਦੀਆਂ ਵਿਚਾਰਾਂ ਕੱਲ੍ਹ ਨੂੰ। ਇਸੇ ਤਰ੍ਹਾਂ 6:30 ਵਜੇ ਤੋਂ 7:30 ਵਜੇ ਤੱਕ ਆਪ ਸੰਗਤਾਂ ਸਹੀ 6 ਵਜੇ ਆ ਕੇ ਰਹਿਰਾਸ ਸਾਹਿਬ ਦਾ ਪਾਠ ਸਰਵਣ ਕਰਿਓ ਜੀ। ਉਪਰੰਤ ਆਪਾਂ 7:30 ਵਜੇ ਤੱਕ ਇਹ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਬਾਣੀ, ਸਹਿਸਕ੍ਰਿਤੀ ਬਾਣੀ ਦੀ ਵਿਆਖਿਆ ਕਰਾਂਗੇ ਜੀ। ਬੋਲਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਪਤਾ ਹੀ ਕੋਈ ਨਹੀਂ ਕਿੰਨੀਆਂ ਕੁ ਗਲਤੀਆਂ ਹੋ ਗਈਆਂ, ਕਿਰਪਾ ਕਰਕੇ ਮਾਫ ਕਰਨੀਆਂ। ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਿਓ। ਜਿਨ੍ਹਾਂ ਨੇ ਲਾਈਵ ਸਰਵਣ ਕੀਤਾ, ਬਹੁਤ ਸਾਰੀਆਂ ਸੰਗਤਾਂ ਨੇ, ਸੰਤ ਆਸ਼ਰਮ ਮਲੇਸ਼ੀਆ ਟੀਵੀ ਤੇ, ਤਿੰਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਵ ਅਸੀਸ, ਬੁਲਾਓ ਫਤਿਹ ਸਾਹਿਬ ਆਖੋ। ਵਾਹਿਗੁਰੂ ਜੀ।